पग पंकज बंदन, पग पंकज बंदन। सिमरौ अंगद दुख निकंदन। गोरे अमरदास हृदय नित त्याऊ, हृदय नित। श्री गुरु रामदास गुण गाऊं। गुरे अर्जुन बिघनन के नाशक, बिघनन के। श्री हरि गोबिंद शुभ सुमत प्रकाशक। श्री हर राय नमोकार, नमोकार। श्री हर कृष्ण मनाऊं बहो, तेग बहादुर परम किरपाला। वाहिगुरु परम श्री गुरु गोबिंद सिंह विशाला। तारो तरा पर पुन पुन, वाहिगुरु पुन पुन। बंदों बार बार जगदीशा। या मह अमृत ज्ञान है, मानिक भगत बैराग। श्री गुरु ग्रंथ साहिब उदध, बंदों कर अनुराग। एकंकारा सतगुरु, तेह प्रसाद सच होए। वाहिगुरु जी की फतेह है, बिघन विनाशन सोए। वाहिगुरु जी की फतेह है, बिघन विनाशन सोए। हाँ जी। बालक मोहे दिखाए, सुन कर दाई दौलता, दीनी सपद बुलाए। जुग जुगे अटल, छतर चवर तख्त दे मालिक, सतगुरां दी पावन पवित्र हजूरी विच जुड़ बैठे सत संगी जनों, वडभागे हो। जगत दे मालिक गुरु नानक साहिब सतगुरां दे आ रहे प्रकाश पुरब नूं मनाउंदिआं लड़ीवार चल रही गुर इतिहास की कथा विच आप जी जुड़ बैठे हो। कल दे पिछले प्रसंग विच आप जी ने श्रवण किया, तलवंडी नगर दे अंदर पिता कल्याण दास दे घर, माता त्रिपता दे घर गुरु नानक साहब सच्चे पातशाह जी ने अवतार धारिया है। दाई दौलतां है जिन्हें सब तो पहला गुरु बाबे दे दीदार कीते हैं। बड़ा चाह है, बड़ी खुशी है मन दे अंदर। भाई साहब जी आखते ने पिता कल्याण दास जी ने एक सेवक नूं पंडित हरदयाल जी दे वल भेजिया है। वो पुरोहित है इस पिंड दा। आखिया जाके पंडित हरदयाल नूं मेरा सुनेहा दे कि घर दे अंदर पुत्र का जन्म होया है तो जल्दी दे नाल घर आउणा करे। सेवक गया,
ਸੁਨੇਹਾ ਦਿੱਤਾ। ਪੰਡਿਤ ਹਰਦਿਆਲ ਨੇ ਆਖਿਆ ਕਿ ਪੂਜਾ ਕਰਨ ਤੋਂ ਬਾਅਦ ਮੈਂ ਆਵਾਂਗਾ। 5 ਘੜੀਆਂ ਬਾਅਦ ਉਹ ਪਹੁੰਚਿਆ ਘਰ। ਬੜੇ ਆਦਰ ਬੜੇ ਸਤਿਕਾਰ ਦੇ ਨਾਲ ਬਿਠਾਇਆ ਗਿਆ ਘਰ ਦੇ ਅੰਦਰ। ਦਾਈ ਦੌਲਤਾਂ ਨੂੰ ਬੁਲਾਇਆ, ਪੁੱਛਿਆ ਕਿਹੋ ਜਿਹਾ ਮਾਹੌਲ ਸੀ, ਬਾਲਕ ਦੇ ਕਿਹੋ ਜਿਹੇ ਲੱਛਣ ਸਨ। ਜਦੋਂ ਉਸ ਬਾਲਕ ਨੇ ਜਨਮ ਲਿਆ, ਦਾਈ ਦੌਲਤਾਂ ਆਈ, ਉਹਨੇ ਸਾਰਾ ਬਿਰਤਾਂਤ ਦੱਸਿਆ। ਆਖਿਆ ਪੰਡਿਤ ਹਰਦਿਆਲ ਜੀ, ਮੈਂ ਇਸ ਇਲਾਕੇ ਦੀ ਦਾਈ ਹਾਂ। ਸੈਂਕੜੇ ਬੱਚਿਆਂ ਨੇ ਮੇਰੇ ਹੱਥਾਂ ਦੇ ਅੰਦਰ ਜਨਮ ਲਿਆ, ਪਰ ਮੈਂ ਇੱਕ ਗੱਲ ਨੂੰ ਸਮਝ ਗਈ ਕਿ ਇਹ ਬੱਚਾ ਆਮ ਬੱਚਿਆਂ ਵਰਗਾ ਨਹੀਂ ਹੈ। ਬੜੇ ਕਮਾਲ ਦੇ ਬੋਲ ਦਾਈ ਦੌਲਤਾਂ ਨੇ ਕਹੇ ਸਨ। ਆਖਿਆ ਸੀ, ਪੰਡਿਤ ਜੀ ਮੈਂ ਬੜੀ ਹੈਰਾਨ ਹਾਂ, ਇਹ ਬੱਚਾ ਜਨਮ ਲੈਂਦਿਆਂ ਮੁਸਕਰਾ ਰਿਹਾ ਸੀ, ਰੋਇਆ ਨਹੀਂ। ਮੈਨੂੰ ਪ੍ਰਤੀਤ ਹੋਇਆ ਕਿ ਜਿਵੇਂ ਕਮਰੇ ਦੇ ਅੰਦਰ ਬੜਾ ਪ੍ਰਕਾਸ਼, ਬੜਾ ਚਾਨਣ, ਬਾਕੀ ਸਭ ਚਾਨਣ ਇਹਦੇ ਅੱਗੇ ਮੱਧਮ ਪੈ ਗਏ ਸਨ। ਪੰਡਿਤ ਹਰਦਿਆਲ ਵੀ ਸਮਝ ਰਿਹਾ ਹੈ, ਜੋਤਿਸ਼ ਵਿੱਦਿਆ ਆਪਣੀ ਵਿਚਾਰ ਰਿਹਾ ਹੈ, ਅਤੇ ਆਪਣੇ ਮਨ ਦੇ ਅੰਦਰ ਪੰਡਿਤ ਹਰਦਿਆਲ ਦੇ ਜਿਹੜੇ ਸੋਚ ਚੱਲ ਰਹੀ ਹੈ ਕਿ ਇਹ ਸੱਚਮੁੱਚ ਕੋਈ ਆਮ ਬਾਲਕ ਨਹੀਂ ਹੈ। ਪੰਡਿਤ ਹਰਦਿਆਲ ਦੇ ਮਨ ਦੇ ਅੰਦਰ ਚੱਲ ਰਹੀ ਹੈ, ਇਹ ਕੋਈ ਅਵਤਾਰ ਇਸ ਧਰਤੀ ਦੇ ਉੱਪਰ ਜਗਤ ਨੂੰ ਤਾਰਨ ਦੇ ਵਾਸਤੇ ਆਇਆ ਹੈ। ਸੋ ਸਤਿਗੁਰੂ ਰਹਿਮਤ ਕਰਨ। ਕੀ ਕੁਝ ਅੱਗੇ, ਕਿਉਂਕਿ ਪੰਡਿਤ ਹਰਦਿਆਲ ਜੀ ਉਸ ਵੇਲੇ ਹਿੰਦੂ ਮਤ ਦੇ ਅਨੁਸਾਰ ਨੇ। ਪਿਤਾ ਕਲਿਆਣ ਦਾਸ ਜੀ ਵੀ ਦੇਵੀਆਂ ਨੂੰ, ਦੇਵਤਿਆਂ ਨੂੰ, ਗਣਪਤੀ ਨੂੰ ਪੂਜਣ ਲਈ ਸਮਾਨ ਮੰਗਾ ਲਿਆ ਗਿਆ ਹੈ। ਅਤੇ ਕੀ ਕੁਝ ਅੱਗੇ ਹੁੰਦਾ, ਇਹ ਵਿਚਾਰਾਂ ਸਤਿਗੁਰਾਂ ਦੀਆਂ ਰਹਿਮਤਾਂ ਦੇ ਨਾਲ ਅੱਜ ਆਪਾਂ ਕਰਨੀਆਂ ਹਨ। ਸੋ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪਣੀਆਂ ਮਨੋਬ੍ਰਿਤੀਆਂ ਨੂੰ ਕਰੋ ਇਕਾਗਰ, ਰਸਨਾ ਨੂੰ ਕਰੋ ਪਵਿੱਤਰ, ਅਤੇ ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਲੂ ਸੋ ਗੁਣ ਤਿਜ ਕਹੀ, ਬਾਲਕ ਮੋਹਿ ਦਿਖਾਏ। ਭਾਈ ਸਾਹਿਬ ਜੀ ਆਖਦੇ ਨੇ, ਜਦੋਂ ਇਹ ਸਾਰੀਆਂ ਗੱਲਾਂ ਪੰਡਿਤ ਹਰਦਿਆਲ ਜੀ ਨੇ ਸੁਣੀਆਂ, ਹੁਣ ਮਨ ਦੇ ਅੰਦਰ ਉਹਦੇ ਵਿਚਾਰ ਆਈ ਕਿ ਮੈਂ ਇਸ ਬਾਲਕ ਦੇ, ਇਸ ਬੱਚੇ ਦੇ ਦਰਸ਼ਨ ਜ਼ਰੂਰ ਕਰਾਂ। ਪੰਡਿਤ ਹਰਦਿਆਲ ਉਹਨੇ ਦੋਨੋਂ ਹੱਥ ਜੋੜ ਕੇ, ਵੇਖੋ ਸਾਰਾ ਪਿੰਡ ਪੰਡਿਤ ਹਰਦਿਆਲ ਦੇ ਅੱਗੇ ਹੱਥ ਜੋੜਦਾ ਏ। ਇਸ ਪੰਡਿਤ ਹਰਦਿਆਲ ਨੇ ਆਪਣੇ ਦੋਨੋਂ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਪਿਤਾ ਕਲਿਆਣ ਦਾਸ ਨੂੰ ਆਖਿਆ ਕਿ ਇੱਕ ਕਿਰਪਾ, ਇੱਕ ਰਹਿਮਤ ਮੇਰੇ 'ਤੇ ਕਰੋ, ਅਤੇ ਮੈਂ ਇਸ ਬੱਚੇ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਮੈਂ ਚਾਹੁੰਦਾ ਇਸ ਬੱਚੇ ਦੇ ਦੀਦਾਰ ਕਰ ਲਵਾਂ। ਸੁਨ ਕਰ ਦਾਈ ਦੌਲਤਾਂ, ਦੇਨੇ ਸ਼ਬਦ ਬੁਲਾਏ। ਜਦੋਂ ਪੰਡਿਤ ਹਰਦਿਆਲ ਦੇ ਇਹਨਾਂ ਬਚਨਾਂ ਨੂੰ ਕਲਿਆਣ ਦਾਸ ਜੀ ਨੇ ਸੁਣਿਆ, ਉਹਨਾਂ ਆਵਾਜ਼ ਮਾਰੀ ਹੈ ਦਾਈ ਦੌਲਤਾਂ ਨੂੰ, ਕਿਉਂਕਿ ਇਹ ਕੰਮ ਦਾਈ ਦੌਲਤਾਂ ਹੀ ਕਰ ਸਕਦੀ ਹੈ। ਇਹ ਪੰਡਿਤ ਹਰਦਿਆਲ ਜੀ ਦੇ ਬਚਨ ਮੋੜੇ ਨਹੀਂ ਜਾ ਸਕਦੇ। ਇਸ ਬੇਨਤੀ ਨੂੰ ਸੁਣਿਆ, ਪ੍ਰਵਾਨ ਕੀਤਾ। ਕਲਿਆਣ ਦਾਸ ਜੀ ਨੇ ਦਾਈ ਦੌਲਤਾਂ ਨੂੰ ਸੱਦਿਆ ਹੈ ਜੀ। ਬਾਲਕ ਆਨ ਵਿਪਰ ਕੇ ਪਾਸਾ, ਧਾਏ ਗਈ ਸੁਨ ਮਧ ਅਵਾਸਾ। ਪਿਤਾ ਕਲਿਆਣ ਦਾਸ ਜੀ ਨੇ ਆਖਿਆ, ਇਹ ਦਾਈ ਦੌਲਤਾਂ ਅੰਦਰ ਜਾ ਅਤੇ ਬਾਲਕ ਨੂੰ, ਜਿਸ ਬੱਚੇ ਨੇ ਜਨਮ ਲਿਆ, ਉਹਨੂੰ ਵਿਪਰ ਕੇ ਪਾਸਾ, ਵਿਪਰ ਪੰਡਿਤ ਹਰਦਿਆਲ ਦੇ ਕੋਲ ਲੈ ਕੇ ਆ। ਇਹਨੇ ਦੀਦਾਰ ਕਰਨੇ ਨੇ, ਦਰਸ਼ਨ ਕਰਨੇ ਨੇ। ਇਹਨਾਂ ਬਚਨਾਂ ਨੂੰ ਦਾਈ ਦੌਲਤਾਂ ਨੇ ਸੁਣਿਆ, ਅਤੇ ਜਿਸ ਕਮਰੇ ਦੇ ਅੰਦਰ ਮੇਰੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ, ਦਾਈ ਦੌਲਤਾਂ ਉਸ ਪਾਸੇ ਗਈ ਹੈ। ਜਾਚੋ ਬਾਲਕ ਜਨਨ ਨ ਦੇ, ਜਿਉ ਕਿਰਪਨ ਧਨ ਪ੍ਰੀਤ ਰਖੇ। ਭਾਈ ਸਾਹਿਬ ਜੀ ਆਖਦੇ ਨੇ, ਕਹਿੰਦੇ ਜਾਚੋ ਬਾਲਕ, ਇਹਨੇ ਜਾ ਕੇ ਮਾਂ ਤ੍ਰਿਪਤਾ ਦੇ ਕੋਲੋਂ ਬਾਲਕ ਮੰਗਿਆ। ਜਨਨ ਨਾ ਦੇਈ, ਪਰ ਜਨਨੀ ਜਿਹੜੀ ਮਾਂ ਹੈ ਉਹ ਬੱਚਾ ਦੇਣ ਦੇ ਵਾਸਤੇ ਤਿਆਰ ਨਹੀਂ। ਕਹਿੰਦੀ ਇਹਨੇ ਜਾ ਕੇ ਦੱਸਿਆ ਕਿ ਪੰਡਿਤ ਹਰਦਿਆਲ ਇਹਦੇ ਦਰਸ਼ਨ ਕਰਨੇ ਚਾਹੁੰਦਾ ਹੈ, ਇਸ ਬੱਚਾ ਮੈਨੂੰ ਦੇ। ਭਾਈ ਸਾਹਿਬ ਕਹਿੰਦੇ ਮਾਂ ਬੱਚੇ ਨੂੰ ਦੇਣ ਵਾਸਤੇ ਤਿਆਰ ਨਹੀਂ। ਉਹਨੇ ਇੱਕ ਐਗਜ਼ੈਂਪਲ ਵੀ ਦਿੱਤੀ ਹੈ, ਜਿਵੇਂ ਇੱਕ ਬੜਾ ਕੰਜੂਸ, ਅੱਤ ਦਾ ਕੰਜੂਸ ਇਨਸਾਨ ਧਨ ਨਹੀਂ ਨਾ ਕਿਸੇ ਨੂੰ ਦਿੰਦਾ, ਉਹ ਸਾਂਭ ਲੈਂਦਾ ਹੈ, ਉਹ ਘੁੱਟ ਕੇ ਨਾਲ ਲਾ ਲੈਂਦਾ ਹੈ। ਬਿਲਕੁਲ ਇਸੇ ਤਰ੍ਹਾਂ ਮਾਂ ਤ੍ਰਿਪਤਾ ਕਰ ਰਹੀ ਹੈ। ਇਹ ਬੱਚਾ ਮੰਗ ਰਹੀ ਹੈ ਦਾਈ ਦੌਲਤਾਂ, ਅਤੇ ਮਾਂ ਤ੍ਰਿਪਤਾ ਇਹਨੂੰ ਮਨਾ ਕਰਦੀ ਹੈ ਜੀ। ਕਹ ਹੈ ਸਰਦ ਰੁੱਤ ਸਰਦੀ ਲਾਗੈ,
ਮਿਰਦਲ ਬਾਲ ਬਹਰਕ ਸਮਾਂਗੈ। ਵੇਖੋ ਦਾਈ ਦੌਲਤਾਂ ਨੇ ਮੰਗਿਆ ਤੇ ਮਾਂ ਤ੍ਰਿਪਤਾ ਦਾ ਸਵਾਲ ਬੜਾ ਜਾਇਜ਼ ਹੈ। ਉਹ ਕਹਿੰਦੀ ਬਾਹਰ ਠੰਡ ਬੜੀ ਹੈ, ਕੱਤਕ ਦੀ ਪੂਰਨਮਾਸ਼ੀ, ਮੌਸਮ ਠੰਡਾ ਹੋ ਜਾਂਦਾ ਹੈ ਰਾਤ ਨੂੰ। ਬਾਹਰ ਕਹਿੰਦੀ ਠੰਡ ਹੈ, ਬਾਲਕ ਨੇ ਰਾਤ ਹੀ ਜਨਮ ਲਿਆ, ਤੇ ਮੈਨੂੰ ਇੱਕ ਗੱਲ ਦੱਸ ਦਾਈ ਦੌਲਤਾਂ, ਕੀ ਕਾਰਨ ਹੈ ਪੰਡਿਤ ਹਰਦਿਆਲ ਬੱਚੇ ਨੂੰ ਕਿਸ ਵਾਸਤੇ ਬਾਹਰ ਮੰਗਦਾ ਹੈ? ਬਹੁਰ ਵਿਦੁਖੈ ਬਾਰੰਬਾਰਾ, ਜਾਚੋ ਦਿਓ ਤਾਤ ਅਤ ਪਿਆਰਾ। ਜਿਸ ਵੇਲੇ ਆਖਦੇ ਨੇ ਦਾਈ ਦੌਲਤਾਂ ਨੇ ਵੀ ਦੱਸਿਆ ਵਾਰ-ਵਾਰ, ਕਿਉਂਕਿ ਮਾਂ ਮਨਾ ਕਰ ਰਹੀ ਹੈ, ਪੰਡਿਤ ਹਰਦਿਆਲ ਕਹਿ ਰਿਹਾ ਮੈਂ ਦਰਸ਼ਨ ਕਰਨ ਤੋਂ ਬਿਨਾਂ ਨਹੀਂ ਜਾਣਾ। 2-4 ਵਾਰ ਕਹਿੰਦੇ ਇਸੇ ਤਰ੍ਹਾਂ ਹੋਇਆ। ਫਿਰ ਜਾ ਕੇ ਮਾਂ ਤ੍ਰਿਪਤਾ ਨੇ ਦਰਸ਼ਨ ਦੀਦਾਰ ਦੇ ਵਾਸਤੇ ਇਹ ਬੱਚਾ ਦਿੱਤਾ ਹੈ ਜੀ। ਦੇ ਕਰ ਦੌਲਤ ਬਾਹਰ ਆਈ, ਆਨਨ ਆਰਨ ਜਾਤ ਸੁਹਾਈ। ਭਾਈ ਸਾਹਿਬ ਜੀ ਆਖਦੇ ਨੇ, ਕਹਿੰਦੇ ਫਿਰ ਬੱਚੇ ਨੂੰ ਲੈ ਕੇ ਦਾਈ ਦੌਲਤਾਂ ਬਾਹਰ ਆਈ ਹੈ, ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਬਾਹਰ ਆਈ। ਜਿਸ ਜਗ੍ਹਾ 'ਤੇ ਪਿਤਾ ਕਲਿਆਣ ਦਾਸ ਜੀ ਹਨ, ਜਿਸ ਜਗ੍ਹਾ 'ਤੇ ਪੰਡਿਤ ਹਰਦਿਆਲ ਜੀ ਨੇ, ਘਰ ਦੇ ਸੇਵਕ ਵੀ ਉੱਥੇ ਹੋਣਗੇ, ਕੁਦਰਤੀ ਗੱਲ ਹੈ ਕਿਉਂਕਿ ਦਿਨ ਚੜ੍ਹ ਚੁੱਕਿਆ ਹੈ। ਭਾਈ ਸਾਹਿਬ ਜੀ ਆਖਦੇ ਨੇ ਲੈ ਕੇ ਪਹੁੰਚੀ ਹੈ, ਬਾਹਰ ਆਈ ਆਨਨ ਆਰਨ ਜਾਤ ਸੁਹਾਈ। ਅਤੇ ਇੱਥੇ ਕਵੀ ਜੀ ਕਹਿੰਦੇ ਕਿ ਬਾਲਕ ਦਾ ਜਿਹੜਾ ਮੂੰਹ ਹੈ ਨਾ, ਉਹਦੀ ਮੁੱਖ ਦੀ ਸ਼ੋਭਾ ਕਮਲ ਦੇ ਵਰਗੀ ਹੈ ਬਿਲਕੁਲ, ਭਾਵ ਬਾਲਕ ਦਾ ਮੂੰਹ ਬੜਾ ਸੋਹਣਾ ਹੈ। ਇੱਥੇ ਅਲੰਕਾਰ ਬੜੇ ਕਮਾਲ ਦੇ ਇੱਥੇ ਇਹਨਾਂ ਪੇਸ਼ ਕਰਨੇ ਨੇ। ਇਹ ਲੈ ਕੇ ਬਾਹਰ ਆਈਏ ਅਤੇ ਕਵੀ ਜੀ ਕਹਿੰਦੇ ਜਿਵੇਂ ਕਮਲ ਦਾ ਫੁੱਲ ਸ਼ੋਭਾ ਪਾਉਂਦਾ ਹੈ ਨਾ, ਖਿੜਿਆ ਹੋਇਆ ਫੁੱਲ, ਬਿਲਕੁਲ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਚਿਹਰਾ ਦਿਸਦਾ ਹੈ। ਲਹੂ ਤਨ ਜੋਤ ਵਿਸਾਲ ਵਿਰਾਜੈ, ਜਿਉ ਵਟੇ ਅਖੈ ਰੂਪ ਲਗੁ ਛਾਜੈ। ਭਾਈ ਸਾਹਿਬ ਜੀ ਕਹਿੰਦੇ ਤਨ ਭਾਵੇਂ ਛੋਟਾ ਹੈ ਪਰ ਜੋਤ ਅੰਦਰ ਬੜੀ ਵੱਡੀ ਵਿਰਾਜਮਾਨ ਹੈ, ਉਸ ਪਰਮਾਤਮਾ ਦੀ ਜੋਤ ਦੇ ਅੰਦਰ। ਉਦਾਹਰਣ ਦਿੱਤੀ ਫਿਰ ਉਹਨਾਂ ਨੇ ਬੋਹੜ ਦੇ ਰੁੱਖ ਦੀ ਉਦਾਹਰਣ ਦਿੱਤੀ ਹੈ। ਬੋਹੜ ਦਾ ਰੁੱਖ ਕਹਿੰਦੇ ਭਾਵੇਂ ਛੋਟਾ ਹੈ ਪਰ ਜੜ੍ਹਾਂ ਬੜੀਆਂ ਮਜ਼ਬੂਤ ਪਕੜ ਕਰਕੇ ਜਿਵੇਂ ਖੜ ਜਾਂਦਾ ਹੈ ਨਾ ਕਈ ਵਾਰ, ਬਿਲਕੁਲ ਉਸੇ ਤਰ੍ਹਾਂ। ਵੈਸੇ ਇਸ ਦੂਸਰੀ ਪੰਕਤੀ ਦੇ ਅਰਥ ਬੜੇ ਵਿਦਵਾਨਾਂ ਨੇ ਬੜੇ ਢੰਗ ਨਾਲ ਕੀਤੇ ਨੇ। ਉਹ ਕਹਿੰਦੇ ਨੇ ਜਿਵੇਂ ਬੋਹੜ ਦਾ ਰੁੱਖ ਹੁੰਦਾ ਹੈ ਨਾ, ਬੋਹੜ ਦਾ, ਵਾਹਿਗੁਰੂ ਜਿਵੇਂ ਬੋਹੜ ਦਾ ਬੀਜ ਹੈ, ਜਿਸ ਬੀਜ ਦੇ ਵਿੱਚੋਂ ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੜਾ ਛੋਟਾ ਹੁੰਦਾ ਹੈ ਬੋਹੜ ਦਾ ਬੀਜ, ਪਰ ਉਹ ਬੋਹੜ ਦਾ ਬੀਜ ਜਿਹੜਾ ਉਹ ਬੜੀਆਂ ਵੱਡੀਆਂ ਸ਼ਾਖਾਵਾਂ ਦੇ ਨਾਲ ਬਾਅਦ ਵਿੱਚ ਫੈਲਦਾ ਹੈ। ਬਟ ਵ੍ਰਿਕਸ਼ ਜਿਹਨੂੰ ਅਸੀਂ ਕਹਿੰਦੇ ਹਾਂ, ਬੋਹੜ ਦਾ ਰੁੱਖ। ਤੁਲਨਾ ਬੋਹੜ ਦੇ ਰੁੱਖ ਨਾਲ ਦਿੱਤੀ ਤੇ ਕਵੀ ਜੀ ਆਖਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਤਨ ਭਾਵੇਂ ਬੜਾ ਛੋਟਾ ਪਰ ਜੋਤ ਅੰਦਰ ਪਰਮਾਤਮਾ ਦੀ ਬਿਰਾਜੀ ਹੈ ਜੀ। ਤੇਜਵਰ ਆਤਮਤਵਾਨ ਮਨ, ਸਰਬ ਲਿੰਗ ਪਹਿਚਾਨ। ਕਹਿੰਦੇ ਦਿਜਵਰ ਜਿਹੜਾ ਹੈ ਨਾ, ਪੰਡਿਤ ਦਿਜਵਰ ਸ਼ਬਦ ਆ ਗਿਆ, ਮਤਵਾਨ ਮਨ, ਬੜਾ ਸਿਆਣਾ ਹੈ, ਬੜਾ ਸਮਝਦਾਰ ਹੈ। ਸਰਬ ਲਿੰਗ ਪਹਿਚਾਨ, ਲਿੰਗ ਸਰੀਰ ਦੇ ਜਿੰਨੇ ਵੀ ਅੰਗ ਨੇ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹੀ ਉਹਨੇ ਪਹਿਚਾਣਦਾ ਹੈ, ਪਤਾ ਲੱਗ ਗਿਆ ਉਹਨੂੰ। ਹੁਣ ਅੱਗੇ ਦੱਸਣਗੇ ਵੀ ਕਿਵੇਂ, ਕਿਉਂਕਿ ਜਿਹੜਾ ਜੋਤਿਸ਼ ਹੈ ਨਾ, ਜੋਤਿਸ਼ ਮੱਥੇ ਦੀਆਂ ਰੇਖਾਵਾਂ ਵੇਖ ਕੇ ਵੀ ਪੜ੍ਹਿਆ ਜਾਂਦਾ ਹੈ, ਜੋਤਿਸ਼ ਸਰੀਰ ਦੇ ਅੰਗਾਂ ਨੂੰ ਵੇਖ ਕੇ ਵੀ ਸਮਝਿਆ ਜਾਂਦਾ ਹੈ। ਕਿਸੇ ਅੱਜ ਤੇ ਖੈਰ ਜੋਤਿਸ਼ ਦੇ ਨਾਮ 'ਤੇ ਵੀ ਠੱਗੀ ਰਹਿ ਗਈ, ਜੋਤਿਸ਼ ਦੇ ਗ੍ਰੰਥ ਬੜੇ ਕਮਾਲ ਦੇ ਨੇ, ਅੱਜ ਤੇ ਉਹਦੇ ਨਾਮ 'ਤੇ ਵੀ ਖੈਰ ਠੱਗੀ ਹੈ। ਭਾਈ ਸਾਹਿਬ ਜੀ ਆਖਦੇ ਨੇ ਬੜਾ ਸਿਆਣਾ ਹੈ ਪੰਡਿਤ ਹਰਦਿਆਲ, ਜਦੋਂ ਬਾਲਕ ਨੂੰ ਲੈ ਕੇ ਆਏ ਨੇ, ਦੀਦਾਰ ਕੀਤੇ ਤੇ ਦੇਖਦਿਆਂ ਹੀ ਸਾਰੇ ਅੰਗਾਂ ਦੀ ਪਛਾਣ ਇਹਨੇ ਕੀਤੀ ਹੈ। ਏਰ ਦਿਉਰ ਹਰ ਖਤ ਸਰਸ, ਠਾਡਾ ਭਇਓ ਸੁਜਾਨ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਦਾਈ ਦੌਲਤਾਂ ਲੈ ਕੇ ਖੜੀ ਹੋਈ, ਇਹਦੇ ਸਾਹਮਣੇ ਬਿਲਕੁਲ ਆਮਣੇ ਸਾਹਮਣੇ ਖੜੀ ਹੈ। ਹੇਰਤ ਔਰ ਹਰਖਤ ਸਰਸ, ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖਦਾ ਪਿਆ ਤੇ ਮਨ 'ਚ ਖੁਸ਼ ਬੜਾ ਹੋ ਰਿਹਾ ਪੰਡਿਤ ਹਰਦਿਆਲ, ਖੁਸ਼ੀ ਝੱਲੀ ਨਹੀਂ ਜਾ ਰਹੀ। ਇਹ ਕਵੀ ਜੀ ਪਹਿਲਾਂ ਵੀ ਦੱਸ ਚੁੱਕੇ ਨੇ ਕਿ ਜਦੋਂ ਮੇਰੇ ਪਾਤਸ਼ਾਹ ਮਾਂ ਦੇ ਗਰਭ ਵਿੱਚ ਆਏ ਨਾ, ਗਰਭ ਵਿੱਚੋਂ ਜੋਤ ਜਦੋਂ ਆਈ ਤੇ ਪਿੰਡ ਜਿਹੜਾ ਤਲਵੰਡੀ ਨਗਰ ਸੀ, ਲੋਕਾਂ ਦੇ ਮਨ ਵਿੱਚ ਉਤਸ਼ਾਹ ਆਪਣੇ ਆਪ, ਖੁਸ਼ੀ ਆਉਣ ਲੱਗ ਪਈ, ਕੋਈ ਸੋਗ ਨਹੀਂ, ਕੋਈ ਗਮੀ ਨਹੀਂ, ਚਾਅ ਹੀ ਅੰਦਰ ਪੈਦਾ ਹੋ ਰਿਹਾ ਹੈ। ਇਸੇ ਤਰ੍ਹਾਂ ਆਖਦੇ ਨੇ ਕੀ ਹੋਇਆ ਕਿ ਖੜਾ ਦੀਦਾਰ ਕਰ ਰਿਹਾ ਹੈ, ਠਾਡਾ ਭਇਓ, ਖੜਾ ਹੋਇਆ ਸੁਜਾਨ ਪੰਡਿਤ
ਸਾਹਿਬਾਂ ਦੇ ਦੀਦਾਰ ਕਰ ਰਿਹਾ ਹੈ ਤੇ ਮਨ ਆਨੰਦ ਦੇ ਨਾਲ ਭਰਦਾ ਹੈ। ਫੁੱਲ ਕਯੋ ਪਰਮ ਪ੍ਰੇਮ ਮਹਿ ਮਨੁਆ, ਬੰਧਨ ਕਰ ਜਾਨੋ ਨਿਜ ਧਨੁਆ। ਕਹਿੰਦੇ ਮਨ ਪਰਮ ਪ੍ਰੇਮ ਦੇ ਵਿੱਚ ਰੀਝ ਗਿਆ, ਮਨ ਵਿੱਚ ਪ੍ਰੇਮ ਆ ਕੇ ਵਸ ਗਿਆ। ਵੇਖੋ ਦਰਸ਼ਨ ਦੀਦਾਰ ਕਰਦੇ, ਮੈਂ ਕੱਲ ਬੇਨਤੀ ਕੀਤੀ ਸੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਆਖਿਆ ਹੈ ਨਾ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਹਨੇ ਦੀਦਾਰ ਕਰ ਲਏ ਮੇਰੇ ਪਾਤਸ਼ਾਹ ਦੇ, ਦਾਈ ਦੌਲਤਾਂ ਨੇ ਪਹਿਲਾਂ ਦੀਦਾਰ ਕੀਤੇ ਪਰਿਵਾਰ ਤੋਂ ਬਿਨਾਂ, ਹੁਣ ਪੰਡਤ ਹਰਦਿਆਲ ਮਨ ਦੇ ਅੰਦਰ ਇੱਕ ਚਾਹ ਪੈਦਾ ਹੋ ਰਿਹਾ ਹੈ, ਖੁਸ਼ੀ ਹੋ ਰਹੀ ਹੈ, ਮਨ ਦੇ ਅੰਦਰ ਪਰਮ ਪ੍ਰੇਮ ਆ ਕੇ ਬੈਠ ਗਿਆ। ਤੇ ਕਹਿੰਦੇ ਹੋਇਆ ਕਿ ਬੰਧਨ ਕਰ ਨਾ ਜਾਣਿਓ ਨਿਜ ਧਨੁਆ, ਧਨੁਆ ਧਨ ਭਾਗ। ਇਹਨੇ ਦੋਨੋਂ ਹੱਥ ਜੋੜ ਕੇ ਬੰਧਨ ਕੀਤੇ ਤੇ ਸਤਿਗੁਰਾਂ ਦੇ ਦੀਦਾਰ ਇਹਨੇ ਆਪਣੇ ਵੱਡੇ ਭਾਗ ਜਾਣੇ ਹਨ। ਜਿਉ ਜਨ ਇਸ਼ਟ ਦੇਵ ਕੋ ਦੇਖੀ, ਤਿਉ ਉਰ ਮੈਂ ਪਾਮੋਦ ਬਸੇਖੀ। ਭਾਈ ਸਾਹਿਬ ਜੀ ਆਖਦੇ ਨੇ, ਜਿਵੇਂ ਕੋਈ ਇਨਸਾਨ ਆਪਣੇ ਇਸ਼ਟ ਦੇਵਤੇ ਦੇ ਦਰਸ਼ਨ ਕਰ ਲੈਂਦਾ ਹੈ ਨਾ, ਜਿਵੇਂ ਮਨ ਦੇ ਅੰਦਰ ਇੱਕ ਇਸ਼ਟ ਦੇਵਤਾ, ਜਾਂ ਅਸੀਂ ਕਹੀਏ ਕਿ ਸਾਡੇ ਮਨ ਵਿੱਚ ਕਿ ਸਾਨੂੰ ਗੁਰੂ ਦੇ ਦੀਦਾਰ ਹੋਣ, ਗੁਰੂ ਦੇ ਦਰਸ਼ਨ ਹੋਣ ਤੇ ਉਹ ਪੂਰਾ ਹੋ ਜਾਏ ਤੇ ਮਨ ਵਿੱਚ ਕਿੰਨਾ ਆਨੰਦ ਆਏਗਾ, ਕਿੰਨੀ ਖੁਸ਼ੀ ਹੋਏਗੀ। ਬਿਲਕੁਲ ਉਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ, ਜਿਉਂ ਜਨ ਇਸ਼ਟ ਦੇਵ ਕੋ ਦੇਖੀ ਤਿਉਂ ਉਰ ਮਹਿ ਭਾ ਮੋਦ। ਹਿਰਦੇ ਦੇ ਅੰਦਰ ਬੜਾ ਖਿੜਾਓ ਆ ਗਿਆ ਤੇ ਪ੍ਰਸੰਨ ਇੰਨਾ ਕਿ ਜਿਵੇਂ ਕੋਈ ਇਨਸਾਨ ਆਪਣੇ ਇਸ਼ਟ ਦੇਵਤੇ ਦੇ ਦਰਸ਼ਨ ਕਰਕੇ ਖੁਸ਼ ਹੁੰਦਾ ਹੈ ਜੀ। ਸਭ ਅੰਗਨ ਕੇ ਸੁੰਦਰ ਲੱਛਣ, ਲਗਿਓ ਬਿਲੋਕਨ ਵਿਪਰ ਵਿਛਛਨ। ਭਾਈ ਸਾਹਿਬ ਜੀ ਆਖਦੇ ਨੇ, ਕਹਿੰਦੇ ਪੰਡਿਤ ਹੁਣ ਦੇਖਣ ਲੱਗਾ ਹੈ ਸਤਿਗੁਰਾਂ ਦੇ ਸਰੀਰ ਵੱਲ ਬੜੀ ਚੰਗੀ ਤਰ੍ਹਾਂ, ਤੇ ਕੀ ਦੇਖ ਰਿਹਾ ਏ ਕਿ ਸਭ ਅੰਗਨ ਕੇ ਸੁੰਦਰ ਲੱਛਣ, ਸਾਰੇ ਜਿੰਨੇ ਵੀ ਸਰੀਰ ਦੇ ਅੰਗ ਨੇ ਨਾ, ਅੱਗੇ ਹੁਣ ਦੱਸਣਗੇ, ਭਾਵ ਇਹ ਹੈ ਕਿ ਉਹਨਾਂ ਦੇ ਲੱਛਣ ਬੜੇ ਸੁੰਦਰ ਹਨ। ਜੋਤਿਸ਼ ਵਿਦਿਆ ਦੇ ਅਨੁਸਾਰ ਕੱਲਾ ਕੱਲਾ ਅੰਗ ਦੇਖ ਰਿਹਾ ਹੈ, ਬਾਹਾਂ ਦੇਖ ਰਿਹਾ ਹੈ, ਪਾਤਸ਼ਾਹ ਜੀ ਦਾ ਚਿਹਰਾ ਦੇਖ ਰਿਹਾ ਹੈ, ਮੱਥਾ ਦੇਖ ਰਿਹਾ ਹੈ, ਉਂਗਲਾਂ ਦੇਖ ਰਿਹਾ, ਅੱਗੇ ਆਏਗਾ ਸਾਰਾ ਕੁਝ। ਦੇਖ ਕੇ ਬੜਾ ਖੁਸ਼ ਹੋ ਰਿਹਾ ਹੈ ਵੀ ਲੱਛਣ ਜਿਹੜੇ ਨੇ ਨਾ ਉਹ ਬੜੇ ਸੁੰਦਰ ਇਹਨੂੰ ਨਜ਼ਰ ਆਏ ਹਨ। ਅਰਨ ਚਰਨ ਪਰ ਮਿਤਰ ਸੁਹਾਵੈ, ਜਿਮ ਦਲ ਕੋ ਕਨੰਦ ਦੁਤ ਪਾਵੈ। ਭਾਈ ਸਾਹਿਬ ਜੀ ਆਖਦੇ ਨੇ, ਅਰਨ ਚਰਨ ਬਰ ਮ੍ਰਿਦਲ ਸੁਹਾਵੈ। ਹੁਣ ਚਰਨ ਜਿਹੜੇ ਨੇ ਬਿਲਕੁਲ ਲਾਲ, ਬੱਚੇ ਦੇ ਚਰਨ ਨਾ ਬੜੇ ਲਾਲ ਲਾਲ ਜੇ ਨਜ਼ਰ ਆਉਂਦੇ ਨੇ, ਛੋਟੇ ਬੱਚੇ ਦੇ। ਇਹ ਤਾਂ ਜੇ ਜਨਮ ਹੋਏ ਨੂੰ ਇੱਕ ਦਿਨ ਵੀ ਪੂਰਾ ਨਹੀਂ ਹੋਇਆ, ਪ੍ਰਕਾਸ਼ ਹੋਏ ਨੂੰ। ਕਹਿੰਦੇ ਅਰੁਣ ਚਰਨ ਬਰ ਮ੍ਰਿਦਲ ਸੁਹਾਵੈ, ਬੜੇ ਕੋਮਲ ਚਰਨ ਨੇ, ਕਮਲ ਦੀਆਂ ਫੁੱਲ ਦੀਆਂ ਪੰਖੜੀਆਂ ਦੇ ਵਰਗੇ ਨੇ। ਜਿਮ ਦਲ ਕੋਕ ਨੰਦਨ ਦੁੱਤ ਪਾਵੈ, ਜਿਵੇਂ ਚਰਨ ਵਾਹਿਗੁਰੂ ਜਿਵੇਂ ਕਮਲ ਦੀਆਂ ਪੰਖੜੀਆਂ ਸ਼ੋਭਾ ਪਾਉਂਦੀਆਂ ਨੇ ਨਾ। ਭਾਈ ਸਾਹਿਬ ਜੀ ਆਖਦੇ ਨੇ, ਮੇਰੇ ਪਾਤਸ਼ਾਹ ਦੇ ਬੜੇ ਕੋਮਲ ਜੇ ਚਰਨ ਇਸ ਤਰ੍ਹਾਂ ਸ਼ੋਭਦੇ ਹਨ। ਜੇ ਆਜਾਨ ਕੰਦ ਸੁਭ ਸੂਚੇ, ਕਰਜ ਅਰਨ ਜਿਉ ਨਗ ਹੋਏ ਸੂਚੇ। ਕਹਿੰਦੇ ਭੁਜ ਅਜਾਨ, ਬਾਹਾਂ ਲੰਮੀਆਂ ਹਨ, ਭੁਜਾਵਾਂ ਲੰਬੀਆਂ ਨੇ, ਕੰਧ ਸ਼ੁਭ ਉੱਚੇ, ਮੋਢੇ ਉੱਚੇ ਹਨ, ਜਿਹਨੂੰ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਜੋਤਿਸ਼ ਦੇ ਅਨੁਸਾਰ। ਭੁਜ ਅਜਾਨ, ਕੰਧ ਸ਼ੁਭ ਉੱਚੇ, ਕੰਧੇ ਮੋਢੇ ਉੱਚੇ ਹਨ। ਨਾਲ ਭਾਈ ਸਾਹਿਬ ਜੀ ਨੇ ਜਿਹੜੇ ਅਗਲੇ ਬੋਲ ਕਹੇ, ਕਹਿੰਦੇ ਕਰਜ ਅਰੁਣ ਜਿਉ ਨਗ ਹੋਏ ਸੂਚੇ। ਜਿਹੜੇ ਕਰਜ ਅਰੁਣ ਨਾਖੂਨ ਨੇ ਨਾ, ਜਿਹੜੇ ਨਾਖੂਨ ਨਹੁੰ ਸਤਿਗੁਰਾਂ ਦੇ, ਉਹਦੀ ਤੁਲਨਾ ਕਰ ਰਹੇ ਨੇ ਜਿਵੇਂ ਸੁੱਚੇ ਨਗ ਹੁੰਦੇ ਨੇ, ਚਮਕ ਰਹੇ ਨੇ। ਕਿੰਨੇ ਕਮਾਲ ਦੇ ਅਲੰਕਾਰ ਭਾਈ ਸਾਹਿਬ ਬਣ ਰਹੇ ਨੇ, ਅਸੀਂ ਇਹਨਾਂ ਅਲੰਕਾਰਾਂ ਬਾਰੇ ਕਦੇ ਸੋਚ ਵੀ ਨਹੀਂ ਸਕਦੇ। ਕਹਿੰਦੇ ਮੋਢੇ ਉੱਚੇ ਨੇ, ਬਾਹਾਂ ਲੰਮੀਆਂ ਨੇ, ਤੇ ਹੱਥਾਂ ਦੇ ਜਿਹੜੇ ਨਹੁੰ ਨੇ ਉਹ ਜਿਵੇਂ ਸੁੱਚੇ ਮੋਤੀਆਂ ਦੀ ਤਰ੍ਹਾਂ ਸ਼ੋਭਦੇ ਹਨ। ਕਰ ਸਾਖਾ ਇੱਕ ਸਾਰ ਵਿਸਾਲਾ, ਔਰ ਆਯੋਤ ਸ਼ੋਭਤ ਛਬ ਛਾਲਾ। ਭਾਈ ਸਾਹਿਬ ਜੀ ਆਖਦੇ ਨੇ, ਹੱਥਾਂ ਦੀਆਂ ਉਂਗਲਾਂ ਇੱਕ ਸਮਾਨ ਬੜੀਆਂ ਸੁੰਦਰ ਸ਼ੋਭਾ ਪਾ ਰਹੀਆਂ ਨੇ, ਹੱਥਾਂ ਦੀਆਂ ਉਂਗਲਾਂ। ਔਰ ਆਯੁਤ ਸ਼ੋਭਤ ਛਬ ਛਾਲਾ, ਔਰ ਆਯੁਤ ਸ਼ੋਭਤ, ਛਾਤੀ ਚੌੜੀ ਹੈ, ਛਾਤੀ ਥੋੜੀ ਜਿਹੀ ਚੌੜੀ ਏ, ਤੇ ਹੱਥਾਂ ਦੀਆਂ ਉਂਗਲਾਂ ਬਿਲਕੁਲ ਇੱਕਸਾਰ ਸ਼ੋਭਾ ਪਾਉਂਦੀਆਂ ਹਨ। ਦਾਹਨ ਕਰ ਮੈਂ ਚਮਰ ਬਨਾਵਾ, ਛਤਰ ਬਾਮ ਮਹਿ ਵਿਚਰ ਸੁਹਾਵਾ। ਕਹਿੰਦੇ ਦਾਹਨ ਕਰ ਮੈਂ ਚਮਰ ਬਨਾਵਾ, ਸੱਜੇ ਹੱਥ ਵਿੱਚ ਚੌਰ ਦਾ ਨਿਸ਼ਾਨ ਹੈ, ਸੱਜੇ ਹੱਥ ਦੇ ਅੰਦਰ ਜਿਵੇਂ ਚੌਰ ਦਾ ਨਿਸ਼ਾਨ ਬਣਿਆ। ਉਪਰੰਤ ਛਤਰ ਬਾਮ ਮੈਂ ਰੁਚਰ ਸੁਹਾਵਾ, ਤੇ ਖੱਬੇ ਹੱਥ ਵਿੱਚ ਜਿਵੇਂ ਛਤਰ ਬਣਿਆ ਹੋਇਆ ਹੈ। ਦੋਨਾਂ ਹੱਥਾਂ ਦਾ ਜ਼ਿਕਰ ਹੁਣ ਕਰ ਰਹੇ।
ਇਹ ਮੈਂ ਪਹਿਲਾਂ ਵੀ ਬੇਨਤੀ ਤੁਹਾਨੂੰ ਕਰ ਚੁੱਕਿਆ ਕਿ ਜੋਤਿਸ਼ ਵਿੱਦਿਆ ਦੇ ਅਨੁਸਾਰ ਜੋ ਪੰਡਿਤ ਹਰਦਿਆਲ ਦੇਖ ਰਿਹਾ ਹੈ, ਕਵੀ ਜੀ ਉਹਨੂੰ ਉਸੇ ਤਰ੍ਹਾਂ ਲਿਖ ਰਹੇ ਨੇ। ਕਿਵੇਂ ਕਿਵੇਂ ਉਹ ਦੇਖ ਰਿਹਾ ਹੈ? ਸੱਜੇ ਹੱਥ ਦੇ ਅੰਦਰ ਚੌਰ ਦਾ ਨਿਸ਼ਾਨ ਕਹਿੰਦੇ ਬਣਿਆ ਹੈ, ਤੇ ਖੱਬੇ ਹੱਥ ਵਿੱਚ ਛਤਰ ਦਾ ਨਿਸ਼ਾਨ ਬਣਿਆ ਹੈ ਜੀ। ਕੋਮਲ ਗੋਲਕ ਪੋਲ ਸੁਹਾਵਨ, ਉਨਤ ਨਾਸਕਾ ਮੋਦ ਵਡਾਵਨ। ਬੜੇ ਕਮਾਲ ਦੇ ਬੋਲ ਕਵੀ ਜੀ ਨੇ ਆਖੇ। ਕੋਮਲ ਗੋਲ ਕਪੋਲ, ਕਹਿੰਦੇ ਗੱਲਾਂ ਬੜੀਆਂ ਕੋਮਲ ਜੀਆਂ ਨੇ, ਗੋਲ ਗੋਲ ਨੇ ਸਤਿਗੁਰਾਂ ਦੀਆਂ। ਇਹ ਸ਼ਿੰਗਾਰ ਰਸ ਹੈ। ਕਿਵੇਂ ਸ਼ਿੰਗਾਰ ਦੇ ਨਾਲ, ਸ਼ਿੰਗਾਰ ਰਸ ਦੇ ਨਾਲ ਰਸ ਭਰ ਦੇਣਾ। ਵੇਖੋ ਵੀ ਗੱਲਾਂ ਬੜੀਆਂ ਗੋਲ ਗੋਲ, ਬੜੀਆਂ ਕੋਮਲ ਜੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਬਚਪਨ ਦੀ ਅਵਸਥਾ ਨਾਲ। ਕਹਿੰਦੇ ਉਨਤ ਨਾਸਕਾ ਮੋਦ ਵਡਾਵਨ, ਨਾਸਕਾ ਨੱਕ ਥੋੜ੍ਹਾ ਜਿਹਾ ਉੱਚਾ ਹੈ ਕਹਿੰਦੇ, ਅਤੇ ਜਿਹੜਾ ਚਿਹਰੇ ਦੀ ਸ਼ੋਭਾ ਬੜੀ ਵਧਾ ਰਿਹਾ ਹੈ। ਮੋਦ ਵਡਾਵਨ ਦਾ ਅਰਥ ਹੈ ਕਿ ਉਹ ਜਿਹੜਾ ਹੈ ਉਹ ਨੱਕ, ਗੱਲਾਂ ਗੋਲ ਨੇ, ਕੋਮਲ ਨੇ। ਅਤੇ ਭਾਈ ਸਾਹਿਬ ਜੀ ਕਹਿੰਦੇ ਕਿ ਜਿਹੜਾ ਨੱਕ ਹੈ ਉਹ ਨਾਸਕਾ ਉੱਚੀ ਹੈ ਅਤੇ ਚਿਹਰੇ ਦੀ ਸ਼ੋਭਾ ਵਧਾਉਂਦੀ ਹੈ ਜੀ। ਅਰਦਨ ਚੰਦਰਾਕਾਰ ਲਿਲਾੜੰ, ਧਨ ਪ੍ਰਕੋਟੀ ਸੁਪਰਚ ਬਿਨਾਰੰ। ਕਹਿੰਦੇ ਮੱਥਾ ਜਿਹੜਾ ਹੈ ਨਾ ਉਹ ਅੱਧੇ ਚੰਦਰ ਦੀ ਤਰ੍ਹਾਂ ਸ਼ੋਭਾ ਪਾ ਰਿਹਾ ਹੈ। ਅਰਧ ਚੰਦਰਕਾਰ ਲਿਲਾਟੰ, ਲਿਲਾਟ ਮੱਥਾ ਉਹ ਅੱਧੇ ਚੰਦਰਮਾ ਦੀ ਤਰ੍ਹਾਂ ਸ਼ੋਭਾ ਪਾ ਰਿਹਾ ਹੈ। ਪ੍ਰਵੱਟੇ ਬੜੇ ਸੋਹਣੇ ਲੱਗ ਰਹੇ ਨੇ ਸੱਚੇ ਪਾਤਸ਼ਾਹ ਜੀ ਦੇ। ਵੇਖੋ ਮੈਂ ਤਾਂ ਬੇਨਤੀ ਇਹ ਕਰ ਰਿਹਾ ਕਿ ਕਵੀ ਜਿਹੜਾ ਹੈ ਨਾ, ਕਵੀ ਉਹ ਬੜੀਆਂ ਉੱਚੀਆਂ ਉੱਚੀਆਂ ਉਡਾਰੀਆਂ ਮਾਰਦਾ। ਕਵੀ ਹੈ ਹੀ ਉਹ ਜਿਹਦੇ ਕੋਲ ਉਡਾਰੀਆਂ ਹੀ ਨਾ ਵੱਜਣ, ਉਹ ਕਵੀ ਕਿਸ ਕੰਮ ਦਾ। ਕਿੰਨੀਆਂ ਉੱਚੀਆਂ ਅਤੇ ਕਿੰਨੇ ਕਮਾਲ ਦੀਆਂ ਉਡਾਰੀਆਂ। ਮੱਥਾ ਕਹਿੰਦੇ ਅੱਧੇ ਚੰਦਰਮਾ ਦੀ ਤਰ੍ਹਾਂ ਸ਼ੋਭਾ ਪਾਉਂਦਾ ਹੈ ਜੀ। ਸੁਨ ਕਾਲੂ ਸੁਤ ਤੋਏ ਵਿਚਛਨ, ਇਸ ਮੈਂ ਲਖਿਅਤ ਬਤ ਸੋ ਲੱਛਨ। ਫਿਰ ਪੰਡਿਤ ਹਰਦਿਆਲ ਨੇ ਕਾਲੂ ਨੂੰ ਸੰਬੋਧਨ ਕਰਕੇ ਆਖਿਆ, ਸੁਣ ਕਾਲੂ ਆ ਮੇਰੇ ਨੇੜੇ, ਮੈਂ ਹੁਣ ਤੈਨੂੰ ਦੱਸਦਾ। ਇਹ ਕਾਲੂ ਆ ਮੇਰੇ ਨੇੜੇ ਆ। ਤੇਰਾ ਬੱਚਾ ਤੇਰਾ ਜਿਹੜਾ ਇਹ ਬਾਲਕ ਹੈ ਨਾ, ਇਹ ਬੜਾ ਵਿਚੱਛਣ ਹੈ। ਇਹਦੇ ਅੰਦਰ 32 ਲੱਛਣ ਸ਼ੁਭ ਗੁਣ ਜਿਹੜੇ ਨੇ ਉਹ ਇਹਦੇ ਅੰਦਰ ਮੈਂ ਦੇਖ ਰਿਹਾ। ਮੈਂ ਕਿਸੇ ਬੱਚੇ ਦੇ ਅੰਦਰ ਨਹੀਂ ਅੱਜ ਤੱਕ ਕਹਿੰਦਾ ਦੇਖੇ। ਆਪਣੇ ਜਨਮ ਦੇ ਅੰਦਰ ਜਿੰਨਾ ਮੇਰਾ ਜੀਵਨ ਕਹਿੰਦਾ ਹੋ ਗਿਆ, ਮੈਂ ਇਹ ਕੁਝ ਨਹੀਂ ਵੇਖਿਆ, ਅਤੇ ਮੈਂ ਦੇਖ ਰਿਹਾ ਇਸ ਬੱਚੇ ਦੇ ਅੰਦਰ ਮੈਨੂੰ 32 ਲੱਛਣ ਨਜ਼ਰ ਆਉਂਦੇ ਹਨ। ਕਰ ਕਰਵਾਏ ਊਰਦ ਆਈ, ਧਨ ਬੋ ਆਏ ਰਖੈ ਢਿਗ ਨਾਹੀ। ਅਗਲੇ ਬੋਲ ਕਹਿੰਦੇ ਹੱਥ ਦੀ ਤਲੀ ਜਿਹੜੀ ਉਹ ਉੱਚੀ ਹੈ ਥੋੜ੍ਹੀ ਜਿਹੀ। ਜੋਤਿਸ਼ ਕੀ ਕਹਿੰਦਾ ਹੈ? ਜੋਤਿਸ਼ ਇਹ ਕਹਿੰਦਾ ਹੈ ਕਿ ਜਿਹਦੇ ਹੱਥ ਦੀ ਤਲੀ ਥੋੜ੍ਹੀ ਜਿਹੀ ਉੱਚੀ ਹੋਵੇ ਨਾ, ਜਿਵੇਂ ਡੂੰਘੀ ਹੈ ਉਹ ਉੱਚੀ ਹੋਵੇ ਥੋੜ੍ਹੀ ਜਿਹੀ, ਉਹਦੇ ਕੋਲ ਧਨ ਬੜਾ ਆਉਂਦਾ ਹੈ, ਪਰ ਉਹ ਆਪਣੇ ਕੋਲ ਨਹੀਂ ਰੱਖਦਾ। ਦੋ ਚੀਜ਼ਾਂ ਨੇ, ਧਿਆਨ ਨਾਲ ਸੁਣਿਓ। ਦੋ ਚੀਜ਼ਾਂ ਨੇ। ਉਹ ਕਿਵੇਂ ਆ? ਇੱਕ ਬੰਦਾ ਉਹ ਹੈ ਜਿਹਦੇ ਕੋਲ ਧਨ ਆਉਂਦਾ ਬੜਾ ਹੈ ਅਤੇ ਟਿਕਦਾ ਨਹੀਂ। ਫਰਕ ਹੈ ਬੜਾ, ਜ਼ਮੀਨ ਅਸਮਾਨ ਦਾ ਫਰਕ ਹੈ ਦੋਵਾਂ ਦੇ ਵਿੱਚ। ਇੱਕ ਤਾਂ ਉਹ ਹੈ ਜਿਹਦੇ ਕੋਲ ਧਨ ਆਉਂਦਾ ਹੈ ਅਤੇ ਟਿਕਦਾ ਨਹੀਂ। ਇੱਕ ਉਹ ਹੈ ਜਿਹਦੇ ਕੋਲ ਧਨ ਬੜਾ ਆਉਂਦਾ ਹੈ ਪਰ ਉਹ ਰੱਖਦਾ ਹੀ ਨਹੀਂ ਕੋਲ। ਬੜਾ ਫਰਕ ਹੈ ਦੋਵਾਂ ਵਿੱਚ। ਇੱਕ ਕੋਲ ਤਾਂ ਚਲਾ ਗਿਆ, ਖਤਮ ਹੋ ਗਈ ਗੱਲ, ਪਰ ਦੂਜਾ ਰੱਖਣਾ ਹੀ ਨਹੀਂ ਚਾਹੁੰਦਾ ਕੋਲ। ਕਹਿੰਦਾ ਕਾਲੂ ਸੁਣ ਧਿਆਨ ਨਾਲ, ਇਹਦੇ ਹੱਥ ਦੀ ਤਲੀ ਉੱਚੀ ਹੈ, ਧਨ ਬਹੁਤ ਆਏਗਾ, ਦੌਲਤ ਬੜੀ ਆਏਗੀ, ਪਰ ਇਹਨੇ ਆਪਣੇ ਕੋਲ ਨਹੀਂ ਰੱਖਣਾ ਧਨ ਕਦੇ ਵੀ। ਇਹ ਵੰਡਦਾ ਰਹੇਗਾ, ਗਰੀਬਾਂ ਵਿੱਚ ਵੰਡਦਾ ਰਹੇਗਾ, ਇੰਨਾ ਪਰਉਪਕਾਰੀ ਹੋਏਗਾ। ਵੇਖੋ ਇਹ ਕੁਝ ਹੋ ਰਿਹਾ ਹੈ ਨਾ, ਹੋਇਆ ਹੈ ਨਾ। ਅੱਗੇ ਜਾ ਕੇ ਜੋ ਪੰਡਿਤ ਹਰਦਿਆਲ ਸਤਿਗੁਰਾਂ ਦੇ ਬਾਬਤ ਕਹਿ ਰਿਹਾ ਹੈ, ਕੁਝ ਹੋਇਆ ਹੈ, ਹੁਣੇ ਹੀ ਅੱਗੇ ਵੀ ਆ ਜਾਏਗਾ। ਕਹਿੰਦੇ ਪੰਡਿਤ ਹਰਦਿਆਲ ਨੇ ਆਖਿਆ ਬੜਾ ਧਨ ਆਏਗਾ, ਪਰ ਇਹਨੇ ਕਦੇ ਵੀ ਆਪਣੇ ਕੋਲ ਨਹੀਂ ਰੱਖਣਾ। ਬੜਾ ਪਰਉਪਕਾਰੀ ਸੁਭਾਅ ਇਸ ਬਾਲਕ ਦਾ। ਅਤੇ ਪੰਡਿਤ ਹਰਦਿਆਲ ਅੱਗੇ ਦੱਸਦਾ ਹੈ ਜੀ। ਪੜਿਓ ਸਮੁੰਦਰਕ ਮੈਂ ਬਹੁ ਸੋਦਾ, ਸ਼ੁਭ ਗੁਣ ਸਭ ਇਸ ਮੈਂ ਕਹਿ ਤੋਦਾ। ਹੁਣ ਕਵੀ ਜੀ ਦੱਸ ਰਹੇ ਨੇ ਪੰਡਿਤ ਹਰਦਿਆਲ ਕੀ ਕਹਿੰਦਾ ਹੈ। ਕਹਿੰਦਾ ਕਾਲੂ ਜੋਤਿਸ਼ ਦਾ ਇੱਕ ਗ੍ਰੰਥ ਹੈ ਜਿਹਦਾ ਨਾਮ ਹੈ ਸਮੁੰਦਰਿਕ ਗ੍ਰੰਥ। ਉਹ ਮੈਂ ਸਾਰਾ ਪੜ੍ਹਿਆ ਹੈ ਅਤੇ ਵਿਚਾਰਿਆ ਵੀ ਹੈ, ਇਕੱਲਾ ਪੜ੍ਹਿਆ ਨਹੀਂ, ਸੋਧਾ। ਪੜ੍ਹਿਓ ਸਮੁੰਦਰਿਕ ਮੈਂ ਬਹੁਤ ਸੋਧਾ, ਮੈਂ ਪੜ੍ਹਿਆ ਵੀ ਹੈ ਅਤੇ ਮੈਂ ਉਹਨੂੰ ਸੋਧਿਆ ਵੀ ਹੈ। ਸੋਧੇ ਦੇ ਅਰਥ ਹੈ ਕਿ ਮੈਂ ਉਹਨੂੰ ਵਿਚਾਰਿਆ ਵੀ ਹੈ, ਸਮਝਿਆ ਵੀ ਹੈ ਚੰਗੀ ਤਰ੍ਹਾਂ। ਸਾਡੀ ਹਾਲਤ ਇਹ ਬਣ ਗਈ ਹੈ ਅਸਲ ਵਿੱਚ, ਪੜ੍ਹਨਾ ਅਤੇ ਸਮਝਣਾ ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਪੜ੍ਹ ਅਸੀਂ ਲਵਾਂਗੇ ਹਰ ਇੱਕ ਚੀਜ਼ ਨੂੰ, ਉਹਦੀ ਸਮਝ ਸਾਡੇ ਅੰਦਰ ਹੈ ਜਾਂ ਨਹੀਂ, ਜਾਂ ਉਹਨੂੰ ਸਮਝਣ ਦੇ ਗੁਣ ਸਾਡੇ ਅੰਦਰ ਮੌਜੂਦ ਨੇ ਜਾਂ ਨਹੀਂ, ਇਹ ਬੜਾ ਕੁਝ ਵੇਖਣਾ ਪੈਂਦਾ ਹੈ। ਇਹ ਕਹਿੰਦਾ ਮੈਂ ਸਮੁੰਦਰਿਕ ਜੋਤਿਸ਼ ਦਾ ਜਿਹੜਾ ਗ੍ਰੰਥ ਹੈ ਉਹਨੂੰ ਪੜ੍ਹਿਆ ਵੀ ਹੈ
ਉਹਨੂੰ ਵਿਚਾਰਿਆ ਵੀ ਬੜੀ ਚੰਗੀ ਤਰ੍ਹਾਂ ਹੈ। ਸ਼ੁਭ ਸਗੁਣ ਸਭ ਇਸ ਮੈਂ ਪ੍ਰੋਧਾ ਪੰਡਤ ਕਹਿੰਦੇ ਇਹਦੇ ਅੰਦਰ ਸਾਰੇ ਸ਼ੁਭ ਗੁਣ ਮੌਜੂਦ ਨੇ। ਜਿਹੜੇ ਸ਼ੁਭ ਗੁਣ ਸਮੁੰਦਰਿਕ ਗ੍ਰੰਥ ਦੇ ਅੰਦਰ ਇੱਕ ਬੱਚੇ ਬਾਬਤ ਲਿਖੇ ਗਏ ਨੇ, ਉਹ ਸਾਰੇ ਗੁਣ ਇਸ ਬੱਚੇ ਦੇ ਅੰਦਰ ਮੌਜੂਦ ਹਨ। ਮਹਿਮਾ ਮਿਤ ਮਨੈ ਮਹਿਮਾਨੀ, ਹੈ ਅਵਤਾਰ ਸਤ ਚਿਤ ਜਾਨੀ। ਕਹਿੰਦੇ ਮਹਿਮਾ ਇਹਨੇ ਆਪਣੇ ਮਨ ਦੇ ਅੰਦਰ ਮੰਨ ਲਈ। ਕਹਿੰਦਾ ਮੈਂ ਆਪਣੇ ਮਨ ਵਿੱਚ ਮਹਿਮਾ ਮੰਨ ਲਈ ਹੈ ਸਾਰੀ। ਤੇ ਕਾਲੂ ਇੱਕ ਗੱਲ ਤੂੰ ਵੀ ਸੱਚ ਕਰਕੇ ਜਾਣ ਲੈ, ਇਹ ਕੋਈ ਅਵਤਾਰ ਇਸ ਧਰਤੀ ਤੇ ਆਇਆ ਹੈ। ਕਾਲੂ ਹੈ ਅਵਤਾਰ ਸੱਚ ਚਿਤ ਜਾਨੀ, ਸੱਚ ਕਰਕੇ ਜਾਣ ਲੈ, ਚਿੱਤ ਵਿੱਚ ਇਹ ਗੱਲ ਵਸਾ ਲੈ। ਕਾਲੂ ਇਹ ਕੋਈ ਆਮ ਬਾਲਕ, ਆਮ ਕੋਈ ਇਨਸਾਨ ਨਹੀਂ। ਜਿੱਥੋਂ ਤੱਕ ਮੈਂ ਸਮਝਿਆ ਕੋਈ ਪਰਮਾਤਮਾ ਦਾ ਰੂਪ ਇਸ ਧਰਤੀ ਤੇ ਆਇਆ ਹੈ ਜੀ। ਦਿਜ ਦਰਸਾਏ ਤਾਏ ਟਿਕ ਮਾਤਾ, ਦੀਨੋ ਜਾਏ ਜੋ ਸੁੰਦਰ ਦਾਤਾ। ਭਾਈ ਸਾਹਿਬ ਜੀ ਆਖਦੇ ਨੇ ਦਿਜ ਨੂੰ, ਪੰਡਤ ਨੂੰ, ਬ੍ਰਾਹਮਣ ਨੂੰ ਦਰਸ਼ਨ ਕਰਵਾ ਕੇ ਦਾਈ ਦੌਲਤਾਂ ਬੱਚੇ ਨੂੰ ਮਾਂ ਤ੍ਰਿਪਤਾ ਦੇ ਕੋਲ ਵਾਪਸ ਲੈ ਗਏ। ਉਸੇ ਵੇਲੇ, ਜ਼ਿਆਦਾ ਸਮਾਂ ਨਹੀਂ ਲੱਗਾ। ਵਿਦਵਾਨ ਹੈ ਪੰਡਤ ਹਰਦਿਆਲ, ਕਹਿੰਦੇ ਉਸੇ ਵੇਲੇ ਵਾਪਸ ਲੈ ਗਈ। ਦੀਨੋ ਜਾਏ ਸੁੰਦਰ ਤਾਤਾ, ਅੱਤ ਦਾ ਸੁੰਦਰ ਬਾਲਕ ਦਾਈ ਦੌਲਤਾਂ ਨੇ ਜਾ ਕੇ ਮਾਂ ਤ੍ਰਿਪਤਾ ਨੂੰ ਦਿੱਤਾ ਹੈ ਜੀ। ਨੰਦੀ ਮੁਖ ਸਰਾਧ ਕਰ ਵਿਆਇਓ, ਬੇਦਨ ਵਿਦ ਜਿਉ ਵਿਪਰ ਬਤਾਇਓ। ਕਹਿੰਦੇ ਫਿਰ ਕੀ ਹੋਇਆ? ਫਿਰ ਨੰਦੀ ਮੁਖ ਇੱਕ ਸ਼ਰਾਧ ਦਾ ਨਾਮ ਹੈ, ਇੱਕ ਰੀਤ ਹੈ। ਇਹ ਕਹਿੰਦੇ ਕੀਤੀ ਗਈ, ਪੰਡਤ ਹਰਦਿਆਲ ਨੇ ਕੀਤਾ। ਨੰਦੀ ਮੁਖੰ ਸ਼ਰਾਧ ਇਹ ਕੀਤਾ ਗਿਆ, ਪਿਤਾ ਕਲਿਆਣ ਦਾਸ ਨੇ ਕਰਵਾਇਆ, ਪੰਡਤ ਹਰਦਿਆਲ ਨੇ ਇਹ ਕੀਤਾ। ਬੇਦਨ ਵਿਦ ਜਿਉ ਵਿਪਰ ਬਤਾਇਓ, ਜਿਵੇਂ ਪੰਡਤ ਹਰਦਿਆਲ ਦੱਸ ਰਿਹਾ ਹੈ ਤੇ ਜਿਵੇਂ ਵੇਦਾਂ ਦੀ ਰੀਤ ਹੈ, ਵੇਦਾਂ ਦੀ ਰੀਤ ਵੀ ਜਿਵੇਂ ਆ ਨਾ, ਤੇ ਜਿਵੇਂ ਪੰਡਤ ਹਰਦਿਆਲ ਦੱਸ ਰਿਹਾ ਹੈ ਉਸੇ ਤਰ੍ਹਾਂ ਹੀ ਪਿਤਾ ਕਲਿਆਣ ਦਾਸ ਜਿਹੜਾ ਉਹ ਸਾਰਾ ਕਰਮ ਕਰਦੇ ਹਨ। ਕਾਲੂ ਕਹੈ ਨਾਮ ਸਿਸ ਰਾਖੋ, ਵਰਨ ਸੋਧ ਸ਼ੁੱਧ ਮੁਝ ਸੋ ਭਾਖੋ। ਕਲਿਆਣ ਦਾਸ ਨੇ ਆਖਿਆ ਪੰਡਤ ਹਰਦਿਆਲ ਮੇਰਾ ਇੱਕ ਹੋਰ ਕੰਮ ਵੀ ਕਰ, ਇੱਕ ਹੋਰ ਕੰਮ ਵੀ ਮੇਰਾ ਕਰ। ਕਹਿੰਦਾ ਜੀ ਦੱਸੋ? ਕਹਿੰਦਾ ਇਸ ਬੱਚੇ ਦਾ ਨਾਮ ਵੀ ਤੁਸੀਂ ਰੱਖਣਾ ਹੈ। ਇਸ ਬੱਚੇ ਦਾ ਨਾਮ ਵੀ, ਤੁਸੀਂ ਵਿਦਵਾਨ ਹੋ, ਤੁਸੀਂ ਗਿਆਨੀ ਹੋ, ਵਿਦਵਤਾ ਤੁਹਾਡੇ ਅੰਦਰ ਬੜੀ ਹੈ। ਜੇ ਤੁਸੀਂ ਮੈਨੂੰ ਇੰਨਾ ਕੁਝ ਇਸ ਬੱਚੇ ਦੇ ਬਾਰੇ ਦੱਸ ਰਹੇ ਹੋ, ਇੱਕ ਹੋਰ ਕਿਰਪਾ ਮੇਰੇ 'ਤੇ ਕਰੋ, ਇਸ ਬੱਚੇ ਦਾ ਨਾਮ ਵੀ ਤੁਸੀਂ ਰੱਖੋ। ਕਿਸੇ ਹੋਰ ਨੂੰ ਨਹੀਂ, ਇਹ ਰਹਿਮਤ ਤੇ ਕਿਰਪਾ ਵੀ ਤੁਸੀਂ ਕਰਨੀ ਕਰੋ। ਸੁਨ ਕਾਲੂ ਇਸ ਨਾਮ ਅਪਾਰਾ, ਹੋਂ ਰਾਖੋ ਕਰ ਸੋਧ ਵਿਚਾਰਾ। ਪੰਡਤ ਹਰਦਿਆਲ ਨੇ ਆਖਿਆ ਕਾਲੂ ਸੁਣ, ਇਹਦਾ ਨਾਮ ਵੀ ਕੋਈ ਆਮ ਜਿਹਾ ਨਹੀਂ ਹੋਏਗਾ। ਮੈਨੂੰ ਸੋਚ ਲੈਣ ਦੇ, ਵਿਚਾਰ ਲੈਣ ਦੇ, ਸੋਧ ਕੇ, ਚੰਗੀ ਤਰ੍ਹਾਂ ਸੋਧ ਕੇ, ਚੰਗੀ ਤਰ੍ਹਾਂ ਵਿਚਾਰ ਕੇ ਇਸ ਬੱਚੇ ਦਾ ਮੈਂ ਨਾਮ ਰੱਖਾਂਗਾ। ਹਾਂਜੀ। ਆਪਣੇ ਕੁਲ ਕੀ ਵਿਚੈ ਚਾਲੀ, ਜੋ ਜਾਚੈ ਤੈ ਭੇਜਨ ਖਾਲੀ। ਪਿਤਾ ਕਲਿਆਣ ਦਾਸ ਨੂੰ ਪੰਡਤ ਹਰਦਿਆਲ ਨੇ ਆਖਿਆ ਮੈਨੂੰ ਸਮਾਂ ਦੇ, ਮੈਂ ਇਹਦਾ ਨਾਮ ਵਿਚਾਰ ਕੇ ਰੱਖਾਂਗਾ ਇਸ ਬੱਚੇ ਦਾ। ਹੁਣ ਤੁਸੀਂ ਆਪਣੇ ਕੁਲ ਦੀ ਜਿਹੜੀ ਰੀਤ ਉਹ ਕਰੋ, ਜੋ ਤੁਹਾਡੇ ਕੁਲ ਦੀ ਰੀਤ ਹੈ ਨਾ। ਇਹਨੇ ਆਪਣਾ ਵੇਦਾਂ ਦੇ ਅਨੁਸਾਰ, ਸ਼ਾਸਤਰਾਂ ਦੇ ਅਨੁਸਾਰ ਜੋ ਕਰਨਾ ਸੀ ਪੰਡਤ ਹਰਦਿਆਲ ਨੇ ਕਰ ਲਿਆ। ਹੁਣ ਜਾਣ ਲੱਗਾ, ਕਹਿੰਦਾ ਇੱਕ ਕੰਮ ਕਰੋ, ਹੁਣ ਤੁਸੀਂ ਜੋ ਤੁਹਾਡੀ ਕੁਲ ਦੀ ਰੀਤ ਹੈ ਉਹ ਕਰੋ। ਤੇ ਪਿਤਾ ਕਲਿਆਣ ਦਾਸ ਨੂੰ ਕਹਿ ਰਿਹਾ ਹੈ ਕਾਲੂ ਇੱਕ ਗੱਲ ਮੇਰੀ ਸਮਝ ਲੈ, ਜਿਹੜਾ ਵੀ ਦਰ 'ਤੇ ਆਏ ਉਹਨੂੰ ਖਾਲੀ ਨਹੀਂ ਜਾਣ ਦੇਣਾ। ਜਿਹੜਾ ਵੀ ਆਏਗਾ ਦਰ 'ਤੇ ਕਿਸੇ ਨੂੰ ਖਾਲੀ ਨਹੀਂ ਜਾਣ ਦੇਣਾ, ਸਭ ਦੀਆਂ ਝੋਲੀਆਂ ਭਰ ਕੇ ਤੋਰਨਾ ਹੈ ਜੀ। ਇਹ ਬਿਦ ਕਹਿ ਤਿਜ ਬਣ ਗਇਓ, ਜੋਤਿਸ਼ ਕਰਤ ਵਿਚਾਰ। ਭਾਈ ਸਾਹਿਬ ਜੀ ਆਖਦੇ ਨੇ ਜੋਤਿਸ਼ ਆਦਿ ਦੀ ਵਿਚਾਰ ਕਰਕੇ, ਇਹ ਸਾਰੇ ਬਚਨ ਬਿਲਾਸ ਕਰਕੇ ਪੰਡਤ ਹਰਦਿਆਲ ਜੀ ਵਾਪਸ ਗਏ ਹਨ। ਦਰ ਪਰ ਤੋਰਨ ਸੁੰਦਰਨ, ਬਾਂਧਤ ਹਰਖ ਅਪਾਰ। ਤੇ ਜਿਹੜੀ ਰੀਤ ਅੱਜ ਵੀ ਇਹ ਪਿੰਡਾਂ ਵਿੱਚ ਰੀਤ ਚੱਲਦੀ ਏ ਕਿ ਸ਼ਰੀਂ ਦੇ ਪੱਤੇ ਆਦਿ ਦਾ ਹਾਰ ਪਰੋ ਕੇ ਤੇ ਉਹ ਦਰਵਾਜ਼ੇ ਦੇ ਅੱਗੇ ਕਹਿੰਦੇ ਬੰਨ੍ਹ ਦਿੱਤਾ ਗਿਆ, ਪਤਾ ਲੱਗੇ ਕਿ ਇਸ ਘਰ ਦੇ ਅੰਦਰ ਪੁੱਤਰ ਨੇ ਜਨਮ ਲਿਆ ਹੈ। ਸਾਰਾ ਕੁਝ ਕਹਿ ਕੇ ਪੰਡਤ ਹਰਦਿਆਲ ਚਲਾ ਗਿਆ। ਮੈਂ ਪੜ੍ਹ ਰਿਹਾ ਸੀ ਇੱਕ ਵਿਦਵਾਨ ਦੇ ਬਚਨ। ਪੰਡਤ ਹਰਦਿਆਲ ਸੱਚਮੁੱਚ ਬੜਾ ਸਮਝਦਾਰ ਸੀ, ਸੱਚਮੁੱਚ ਬੜਾ ਸਿਆਣਾ ਸੀ।
ਪੰਡਤ ਹਰਦਿਆਲ ਕੋਈ ਆਮ ਪੰਡਤਾਂ ਆਮ ਬ੍ਰਾਹਮਣਾਂ ਵਰਗਾ ਨਹੀਂ ਸੀ। ਜੋ ਕੁਝ ਅੱਜ ਹੋ ਰਿਹਾ ਹੈ ਨਾ, ਉਹ ਕੁਝ ਉਹਦੇ ਅੰਦਰ ਨਹੀਂ ਸੀ। ਜਿਵੇਂ ਅੱਜ ਹੋ ਰਿਹਾ ਹੈ ਨਾ ਕਿ ਹਾਂ ਤੁਸੀਂ ਮੰਦਰ ਆਓ ਜੀ ਅਤੇ ਮੂਰਤੀ ਨੂੰ ਮੱਥਾ ਟੇਕੋ ਅਤੇ ਵਾਪਸ ਚਲੇ ਜਾਓ। ਕਦੇ ਪੰਡਤ ਨਹੀਂ ਤੁਹਾਨੂੰ ਕਹੇਗਾ ਕਿ ਗੀਤਾ ਪੜ੍ਹ ਲਓ, ਰਾਮਾਇਣ ਪੜ੍ਹ ਲਓ, ਕਦੇ ਹੀ ਨਹੀਂ ਕਹੇਗਾ। ਅੱਜ ਤੱਕ ਕਦੇ ਕਿਸੇ ਨੂੰ ਉਹਨੇ ਕਿਹਾ ਨਹੀਂ ਕਹੇਗਾ। ਪੰਡਤ ਹਰਦਿਆਲ ਉਹਨਾਂ ਪੰਡਤਾਂ ਵਰਗਾ ਨਹੀਂ ਸੀ। ਮੈਂ ਬਚਨ ਪੜ੍ਹ ਰਿਹਾ ਸੀ, ਮੈਂ ਇਹਨੂੰ ਇੱਥੇ ਸੰਕੋਚ ਕੇ ਆਪ ਜੀ ਨਾਲੋਂ ਬੇਨਤੀ ਕਰਾਂਗਾ ਜ਼ਰੂਰ। ਜਦੋਂ ਪੰਡਤ ਹਰਦਿਆਲ ਇਹ ਸਭ ਕੁਝ ਕਹਿ ਕੇ ਵਾਪਸ ਜਾਣ ਲੱਗਾ ਨਾ, ਇਹਦੇ ਵਿੱਚ ਇਹ ਦਰਜ ਨਹੀਂ ਹੈ, ਮੈਂ ਪਹਿਲਾਂ ਦੱਸ ਦਿਆਂ ਤੁਹਾਨੂੰ। ਇਹ ਗਿਆ ਅਤੇ ਸੇਵਾਦਾਰ ਨੇ ਜਾ ਕੇ ਦਰਵਾਜ਼ਾ, ਇਹ ਬਾਹਰ ਚਲਾ ਗਿਆ, ਸੇਵਾਦਾਰ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਕਹਿੰਦੇ ਪੰਡਤ ਹਰਦਿਆਲ ਨਾ, ਦਰਵਾਜ਼ਾ ਬੰਦ ਹੋ ਗਿਆ ਅਤੇ ਇਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਵਾਜ਼ੇ ਵੱਲ ਮੂੰਹ ਕਰਕੇ ਹੱਥ ਜੋੜ ਕੇ ਖੜਾ ਹੋ ਗਿਆ ਸੀ ਪੰਡਤ ਹਰਦਿਆਲ। ਝੋਲੀ ਅੱਡ ਲਈ ਸੀ ਇਹਨੇ ਬੋਲ ਗਏ ਸਨ, ਮੈਂ ਸਮਝ ਗਿਆ ਤੂੰ ਕੋਈ ਆਮ ਨਹੀਂ, ਤੂੰ ਕੋਈ ਅਵਤਾਰ ਹੈ, ਪਰਮਾਤਮਾ ਦਾ ਰੱਬੀ ਪੁਰਸ਼ ਹੈ ਤੂੰ ਕੋਈ। ਇਹਨੇ ਜਿਹੜੇ ਬਚਨ ਕਹੇ ਸਨ ਦਰਵਾਜ਼ੇ ਵੱਲ ਮੂੰਹ ਕਰਕੇ ਕਿ ਮੈਂ ਇਸ ਗੱਲ ਨੂੰ ਜਾਣ ਗਿਆ ਕਿ ਤੂੰ ਕੋਈ ਆਮ ਨਹੀਂ ਹੈ, ਕੋਈ ਰੱਬੀ ਪੁਰਸ਼, ਕੋਈ ਮਹਾਤਮਾ, ਉਸ ਪਰਮਾਤਮਾ ਦੀ ਜੋਤ ਹੈ। ਇਹਨੇ ਹੱਥ ਜੋੜ ਕੇ ਪਤਾ ਮੰਗਿਆ ਕਿ ਦਰਵਾਜ਼ੇ ਵੱਲ ਮੂੰਹ ਕਰਕੇ ਕਹਿੰਦਾ ਤੁਸੀਂ ਅੱਜ ਜਨਮ ਲਿਆ ਪਰ ਮੈਂ ਬੁੱਢਾ ਹੋਣ ਜਾ ਰਿਹਾ, ਮੈਂ ਬਜ਼ੁਰਗ ਹੋਣ ਜਾ ਰਿਹਾ, ਮੈਂ ਬੁੱਢਾ ਹੋ ਜਾਣਾ, ਹੁਣ ਮੈਨੂੰ ਮੌਤ ਆ ਜਾਣੀ ਹੈ ਛੇਤੀ। ਆਖਿਆ ਸੀ ਮੈਂ ਹੋਰ ਕੁਝ ਨਹੀਂ ਮੰਗਦਾ, ਬਸ ਮੇਰੀ ਝੋਲੀ ਵਿੱਚ ਇੰਨੀ ਕੁ ਦਾਤ ਪਾ ਦਿਓ ਕਿ ਮੈਂ ਇਹਨਾਂ ਤਲਵੰਡੀ ਦੀਆਂ ਗਲੀਆਂ 'ਚ ਤੁਹਾਨੂੰ ਖੇਡਦਿਆਂ ਵੇਖ ਸਕਾਂ। ਧਿਆਨ ਨਾਲ ਸੁਣਿਓ, ਮੰਗ ਕਿੱਡੀ ਕਮਾਲ ਦੀ। ਇੰਨੀ ਕੁ ਦਾਤ ਮੇਰੀ ਝੋਲੀ ਵਿੱਚ ਪਾ ਦਿਓ ਕਿ ਮੈਂ ਤਲਵੰਡੀ ਦੀਆਂ ਗਲੀਆਂ 'ਚ ਤੁਹਾਨੂੰ ਖੇਡਦਿਆਂ ਵੇਖ ਸਕਾਂ। ਇੰਨੀ ਕੁ ਦਾਤ ਮੇਰੀ ਝੋਲੀ ਦੇ ਅੰਦਰ ਪਾ ਦਿਓ ਕਿ ਜਦੋਂ ਤੁਸੀਂ ਰਹਿਮਤਾਂ ਵੰਡਣ ਲੱਗੋ ਨਾ, ਉਨੀ ਦੇਰ ਤੱਕ ਮੈਂ ਜਿਉਂਦਾ ਰਵਾਂ। ਤੁਸੀਂ ਰਹਿਮਤਾਂ ਵੰਡਣ ਲੱਗੋ ਅਤੇ ਮੈਂ ਝੋਲੀ ਅੱਡ ਕੇ ਤੁਹਾਡੀਆਂ ਰਹਿਮਤਾਂ ਦੇ ਨਾਲ ਆਪਣੀ ਝੋਲੀ ਭਰਵਾ ਲਵਾਂ। ਕਿੱਡੀ ਕਮਾਲ ਦੀ ਮੰਗ ਸੀ। ਇਹਨੇ ਮੰਗੀ, ਇਹ ਬੇਨਤੀ ਕੀਤੀ ਅਤੇ ਘਰ ਚਲਾ ਗਿਆ ਸੀ ਪੰਡਤ ਹਰਦਿਆਲ। ਸਮਾਂ ਲੰਘਦਾ ਗਿਆ, ਕਿਉਂਕਿ ਉਹ ਘਟਨਾ ਇਸ ਵੇਲੇ ਦੀ ਸੀ, ਤਾਂ ਮੇਰੇ ਮਨ ਵਿੱਚ ਆਇਆ ਕਿ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਚਾਹੀਦੀ ਹੈ। ਅਸੀਂ ਕਹਿ ਦਿੰਦੇ ਹਾਂ ਪੰਡਤ, ਬਾਹਮਣ ਕਹਿ ਹੀ ਦਿੱਤਾ ਨਾ, ਕਹਿਣਾ ਬੜਾ ਸੌਖਾ ਹੈ। ਬ੍ਰਾਹਮਣ ਸ਼ਬਦ ਨੂੰ ਜਿੰਨਾ ਕੁ ਅਸੀਂ ਬਦਨਾਮ ਕੀਤਾ, ਪੰਡਤ ਹਰਦਿਆਲ ਦਾ ਕਦੇ ਜੀਵਨ ਪੜ੍ਹ ਕੇ ਵੇਖ ਲਿਓ। ਬਾਹਮਣ ਹੁੰਦਾ ਕੀ ਹੈ, ਪੰਡਤ ਹੈ ਕੀ। ਇਹਨੇ ਬੇਨਤੀ ਕੀਤੀ, ਘਰ ਚਲਾ ਗਿਆ। ਸਮਾਂ ਲੰਘਦਾ ਗਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਤਲਵੰਡੀ ਤੋਂ ਚੱਲੇ, ਸੁਲਤਾਨਪੁਰ ਲੋਧੀ ਦੀ ਧਰਤੀ ਵੀ ਪਹੁੰਚ ਗਏ। ਸੁਲਤਾਨਪੁਰ ਲੋਧੀ ਤੋਂ ਜਦੋਂ ਮੇਰੇ ਪਾਤਸ਼ਾਹ ਨੇ ਉਦਾਸੀਆਂ ਆਰੰਭ ਕੀਤੀਆਂ ਨਾ, ਉਦਾਸੀਆਂ, ਧਿਆਨ ਨਾਲ ਥੋੜ੍ਹਾ ਜਿਹਾ ਸੁਣਿਓ, ਬਸ 2-4 ਮਿੰਟ ਵਿੱਚ ਸਮਾਪਤੀ ਮੈਂ ਕਰਨੀ ਹੈ। ਜਦੋਂ ਉਦਾਸੀਆਂ ਸ਼ੁਰੂ ਕੀਤੀਆਂ ਅਤੇ ਮਰਦਾਨੇ ਨੂੰ ਆਖਿਆ ਸੀ, ਮਰਦਾਨਿਆਂ ਚੱਲ ਪਹਿਲਾਂ ਤਲਵੰਡੀ ਜਾਣਾ ਹੈ। ਸੁਲਤਾਨਪੁਰ ਤੋਂ ਪਹਿਲਾਂ ਤਲਵੰਡੀ ਨਗਰ ਆ ਗਏ। ਅੱਗੇ ਮਰਦਾਨਾ, ਵਾਹਿਗੁਰੂ ਅੱਗੇ ਬਾਬਾ ਨਾਨਕ, ਪਿੱਛੇ ਮਰਦਾਨਾ। ਪਿੰਡ ਵਿੱਚ ਆਏ, ਰੌਲਾ ਪੈ ਗਿਆ, ਨਾਨਕ ਆਇਆ। ਸਿੱਧੇ ਆਪਣੇ ਘਰ ਚਲੇ ਗਏ ਬਾਦਸ਼ਾਹ ਜੀ। ਘਰ ਵਿੱਚ ਨਾ ਵਿਹੜੇ ਵਿੱਚ ਮੰਜਾ ਡਿਆ ਹੋਇਆ ਸੀ, ਡੱਠਾ ਹੋਇਆ ਸੀ। ਮੰਜੇ 'ਤੇ ਲੱਤਾਂ ਥੱਲੇ ਲੰਮੀਆਂ ਕਰਕੇ ਜਿਵੇਂ ਆਪਾਂ ਬੈਠਦੇ ਹਾਂ ਉਸ ਤਰ੍ਹਾਂ ਬੈਠ ਗਏ। ਫਰਕ ਹੈ ਬੜਾ। ਇਹ ਸਾਡੀ ਸੋਚ ਜਿਹੜੀ ਹੈ ਨਾ, ਉਹਦੇ ਵਿੱਚ ਵੀ ਫਰਕ ਆ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਦੇ ਨਹੀਂ ਆਖਿਆ ਸੀ ਮੰਜੇ 'ਤੇ ਤਲਾਈ ਚੰਗੀ ਵਿਛਾਓ, ਚਾਦਰ ਚੰਗੀ ਵਿਛਾਓ, ਮੈਂ ਉੱਤੇ ਬੈਠਣਾ ਹੈ। ਅੱਜ ਦੇ ਸਾਧਾਂ ਦੀ ਹਾਲਤ ਜਿਹੜੀ ਹੈ ਨਾ, ਕਿਉਂ ਇਹ ਵਹਿਮ ਸਾਡੇ ਅੰਦਰ ਆਉਂਦਾ ਹੈ, ਕਿਉਂ ਭਰਮ ਪੈਦਾ ਹੁੰਦਾ ਹੈ। ਬਾਬਾ ਨਾਨਕ ਵਿਹੜੇ ਵਿੱਚ ਡੱਠੇ ਹੋਏ ਮੰਜੇ 'ਤੇ ਬੈਠ ਗਿਆ, ਲੱਤਾਂ ਥੱਲੇ ਲਮਕਾ ਕੇ। ਮਰਦਾਨਾ ਚਰਨਾਂ ਕੋਲ ਬੈਠ ਗਿਆ। ਪਿੰਡ ਵਾਲੇ ਆਉਣ ਲੱਗ ਪਏ, ਸਾਰੇ ਆ ਕੇ ਬੈਠ ਗਏ। ਬਾਬੇ ਨੇ ਆਖਿਆ ਸੀ, ਮਰਦਾਨਿਆਂ ਜਾ ਪੰਡਤ ਹਰਦਿਆਲ ਨੂੰ ਸੱਦ ਕੇ ਲਿਆ। ਉੱਥੇ ਪੰਡਤ ਹਰਦਿਆਲ ਨੂੰ ਵੀ ਸੱਦਿਆ ਗਿਆ, ਪਾਂਧੇ ਨੂੰ ਵੀ ਸੱਦਿਆ ਗਿਆ। ਉੱਥੇ ਪਾਂਧੇ ਨੂੰ ਵੀ, ਉੱਥੇ ਪਾਂਧੇ ਤੋਂ ਬਾਅਦ ਉਸ ਵੈਦ ਨੂੰ ਵੀ ਸੱਦਿਆ ਗਿਆ, ਜਿਹਨੂੰ ਪਾਤਸ਼ਾਹ ਨੇ ਆਖਿਆ ਸੀ ਨਾ, ਭੋਲਾ ਵੈਦ ਨਾ ਜਾਣੇ ਕਰਕ ਕਰੇਜੇ ਮਾਹੇ। ਪਰ ਮੈਂ ਸਿਰਫ ਪੰਡਤ ਹਰਦਿਆਲ ਤੱਕ ਅੱਜ ਰਵਾਂਗਾ, ਪੰਡਤ ਹਰਦਿਆਲ ਤੱਕ। ਪੰਡਤ ਹਰਦਿਆਲ ਨੂੰ ਪਾਤਸ਼ਾਹ ਨੇ ਆਖਿਆ, ਮਰਦਾਨਿਆਂ ਜਾ ਪੰਡਤ ਹਰਦਿਆਲ ਨੂੰ ਸੱਦ ਕੇ ਲਿਆ। ਮਰਦਾਨਾ ਉੱਠਿਆ, ਚਲਾ ਗਿਆ। ਬਜ਼ੁਰਗ ਹੋ ਚੁੱਕਿਆ ਸੀ ਪੰਡਤ ਹਰਦਿਆਲ, ਬੁੱਢਾ ਹੋ ਗਿਆ ਸੀ। ਪੰਡਤ ਹਰਦਿਆਲ ਨੂੰ ਆਵਾਜ਼ ਦਿੱਤੀ ਜਾ ਕੇ ਮਰਦਾਨੇ ਨੇ, ਪੰਡਤ ਜੀ। ਉਹਨੇ ਮਰਦਾਨੇ ਦੀ ਆਵਾਜ਼ ਸੁਣੀ। ਜਿੱਥੇ ਮਰਦਾਨਾ ਉੱਥੇ ਬਾਬਾ ਨਾਨਕ। ਉਹਨੂੰ ਪਤਾ ਲੱਗ ਗਿਆ ਜੇ ਮਰਦਾਨਾ ਤਲਵੰਡੀ ਹੈ ਤੇ ਬਾਬਾ ਵੀ ਇੱਥੇ ਆ।
ਇਹ ਕੋਲ ਗਿਆ, ਇਹਨੇ ਆਖਿਆ ਪੰਡਿਤ ਜੀ ਤੁਹਾਨੂੰ ਬਾਬੇ ਨੇ ਸੱਦਿਆ, ਨਾਨਕ ਮੇਰੇ ਨੇ ਸੱਦਿਆ ਤੁਹਾਨੂੰ। ਬਜ਼ੁਰਗ ਹੋ ਚੁੱਕਿਆ ਸੀ, ਮੰਜੇ ਤੇ ਬੈਠਾ ਹੈ, ਹੌਲੀ ਹੌਲੀ ਪੈਰ ਥੱਲੇ ਕੀਤੇ, ਖੂੰਡੀ ਫੜ ਲਈ ਇਹਨੇ ਹੱਥ ਵਿੱਚ, ਖੂੰਡੀ ਸੀ ਕੋਲ। ਆਪਣੇ ਵੱਲੋਂ ਨਾ ਬੜਾ ਤੇਜ਼ ਤੁਰਦਾ ਪਿਆ, ਆਪਣੇ ਵੱਲੋਂ ਦੌੜ ਕੇ ਜਾ ਰਿਹਾ ਹੈ, ਪਰ ਬਜ਼ੁਰਗ ਇਹ ਖੂੰਡੀ ਨਾਲ ਕਿੰਨਾ ਕੁ ਤੁਰ ਸਕਦਾ ਹੈ। ਪਹੁੰਚਿਆ ਗੁਰੂ ਨਾਨਕ ਸਾਹਿਬ ਦੇ ਘਰ, ਵਿਹੜੇ ਵਿੱਚ ਬੈਠੇ ਨੇ ਮੇਰੇ ਪਾਤਸ਼ਾਹ। ਇਹ ਜਾ ਕੇ ਨਾ ਜਿੱਥੇ ਪਾਤਸ਼ਾਹ ਵਿਹੜੇ 'ਚ ਮੰਜੇ ਤੇ ਬੈਠੇ ਨੇ, ਥੱਲੇ ਜ਼ਮੀਨ ਤੇ ਬੈਠ ਗਿਆ ਜਾ ਕੇ। ਪੰਡਿਤ ਹਰਦਿਆਲ ਨਿਮਰਤਾ ਵੇਖੋ, ਇਹਨੇ ਗੁਰੂ ਨਾਨਕ ਸਾਹਿਬ ਜੀ ਦੇ ਦੋਨੋਂ ਚਰਨ ਆਪਣੇ ਹੱਥਾਂ ਵਿੱਚ ਪਕੜ ਲਏ, ਲਮਕ ਰਹੇ ਸਨ ਥੱਲੇ ਮੰਜੇ ਤੋਂ, ਦੋਨੋਂ ਚਰਨ ਆਪਣੇ ਹੱਥਾਂ ਵਿੱਚ ਪਕੜ ਲਏ। ਸੱਚੇ ਪਾਤਸ਼ਾਹ ਨੇ ਪਤਾ ਕੀ ਆਖਿਆ, ਧਿਆਨ ਮੇਰੇ ਵੱਲ ਰੱਖਿਓ ਹੁਣ। ਗੁਰੂ ਨਾਨਕ ਸਾਹਿਬ ਨੇ ਆਖਿਆ, ਪੰਡਿਤ ਹਰਦਿਆਲ ਯਾਦ ਕਰੋ ਦਿਨ ਜਿਸ ਦਿਨ ਅਸੀਂ ਜਨਮ ਲਿਆ ਸੀ। ਪੰਡਿਤ ਹਰਦਿਆਲ ਯਾਦ ਕਰੋ ਦਿਨ ਜਦੋਂ ਤੂੰ ਸਾਡੇ ਘਰੋਂ ਵਾਪਸ ਚੱਲਿਆ ਸੀ, ਇਸ ਘਰ ਦੇ ਦਰਵਾਜ਼ੇ ਵੱਲ ਮੂੰਹ ਕਰਕੇ ਤੂੰ ਕੁਝ ਅਰਦਾਸਾਂ, ਕੁਝ ਬੇਨਤੀਆਂ ਕੀਤੀਆਂ ਸਨ। ਪੰਡਿਤ ਹਰਦਿਆਲ ਅਸੀਂ ਤੇਰੀ ਮੰਗ ਪੂਰੀ ਕੀਤੀ। ਕਿਹੜੀ ਮੰਗ? ਤੂੰ ਆਖਿਆ ਇੰਨੀ ਕੁ ਉਮਰ ਬਖਸ਼ ਦਿਓ ਕਿ ਇਹਨਾਂ ਗਲੀਆਂ ਵਿੱਚ ਤੁਹਾਨੂੰ ਖੇਡਦਿਆਂ ਵੇਖ ਸਕਿਆ। ਅਸੀਂ ਇਹਨਾਂ ਗਲੀਆਂ ਛੱਡ ਹਰਦਿਆਲ, ਅਸੀਂ ਤੇਰੇ ਘਰ ਦੇ ਵਿਹੜੇ ਵਿੱਚ ਤੇਰੇ ਨਾਲ ਵੀ ਖੇਡੇ ਹਾਂ। ਤੂੰ ਦੂਜੀ ਮੰਗ ਮੰਗੀ ਸੀ ਕਿ ਸੱਚੇ ਪਾਤਸ਼ਾਹ ਇੰਨੀ ਕੁ ਰਹਿਮਤ ਕਰ ਦਿਓ ਕਿ ਤੁਸੀਂ ਦਾਤਾਂ ਵੰਡੋ ਅਤੇ ਮੈਂ ਝੋਲੀ ਅੱਡ ਕੇ ਦਾਤਾਂ ਭਰਾ ਲਵਾਂ। ਅੱਜ ਅਸੀਂ ਚੱਲੇ ਹਾਂ ਪੰਡਿਤ ਹਰਦਿਆਲ, ਅਤੇ ਜਦੋਂ ਅਸੀਂ ਮੁੜ ਕੇ ਆਉਣਾ ਉਦੋਂ ਤੱਕ ਤੂੰ ਜਿਉਂਦਾ ਨਹੀਂ ਰਹਿਣਾ। ਅੱਜ ਮੰਗ ਜੋ ਮੰਗਣਾ, ਅੱਜ ਮੌਕਾ, ਅੱਜ ਤੇਰੀ ਉਹ ਮੰਗ ਜਿਹੜੀ ਪਹਿਲੇ ਦਿਨ ਤੂੰ ਦਰਵਾਜ਼ੇ ਵੱਲ ਮੂੰਹ ਕਰਕੇ ਮੰਗੀ ਸੀ, ਅੱਜ ਉਹ ਤੇਰੀ ਮੰਗ ਪੂਰੀ ਕਰਨ ਲੱਗੇ। ਮੰਗ ਲੈ ਜੋ ਮੰਗਣਾ ਹੈ। ਪੰਡਿਤ ਹਰਦਿਆਲ ਦੀਆਂ ਨਾ ਅੱਖਾਂ ਵਿੱਚੋਂ ਪਾਣੀ ਨਿਕਲ ਆਇਆ, ਸਮਝ ਗਿਆ। ਵੇਖੋ ਕਿੱਡੀ ਕਮਾਲ ਦੀ ਗੱਲ ਹੈ। ਕਹਿੰਦਾ ਬਾਦਸ਼ਾਹ, ਬੋਲ ਸੁਣਿਓ ਪੰਡਿਤ ਹਰਦਿਆਲ ਦੇ, ਕਹਿੰਦਾ ਸੱਚੇ ਬਾਦਸ਼ਾਹ ਉਹ ਉਸ ਦਿਨ ਦੀ ਮੰਗ ਸੀ, ਪਹਿਲੇ ਦਿਨ ਦੀ, ਉਸ ਦਿਨ ਦੀ, ਪਹਿਲੇ ਦਿਨ ਦੀ ਮੰਗ ਸੀ। ਅੱਜ ਮੰਗਾਂ ਖਤਮ ਹੋ ਗਈਆਂ, ਹੁਣ ਮੰਗਾਂ ਨਹੀਂ ਰਹਿ ਗਈਆਂ। ਅਤੇ ਸੱਚੇ ਪਾਤਸ਼ਾਹ ਦੂਜੀ ਜਿਹੜੀ ਗੱਲ ਹੈ, ਗੁਰੂ ਨਾਨਕ ਸਾਹਿਬ ਨੂੰ ਕਹਿ ਰਿਹਾ ਪਾਤਸ਼ਾਹ, ਜਿਸ ਸਿੱਖ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਬੈਠਣ ਦੀ ਜਗ੍ਹਾ ਮਿਲ ਗਈ, ਚਰਨਾਂ ਵਿੱਚ ਬੈਠਾ ਸੀ, ਹੁਣ ਮੈਨੂੰ ਹੋਰ ਕੀ ਚਾਹੀਦਾ ਹੈ। ਕਹਿੰਦਾ ਵੇਖੋ ਮੈਂ ਤੁਹਾਡੇ ਚਰਨਾਂ ਵਿੱਚ ਬੈਠਾ, ਤੁਹਾਡੇ ਚਰਨ ਮੇਰੇ ਹੱਥਾਂ ਦੇ ਵਿੱਚ ਨੇ, ਮੇਰਾ ਸਿਰ ਤੁਹਾਡੇ ਚਰਨਾਂ ਦੇ ਉੱਪਰ, ਅਤੇ ਜਿਹਨੂੰ ਗੁਰੂ ਨਾਨਕ ਦੇ ਚਰਨਾਂ ਵਿੱਚ ਬੈਠਣ ਨੂੰ ਜਗ੍ਹਾ ਮਿਲ ਗਈ, ਉਹਨੂੰ ਹੋਰ ਕੀ ਚਾਹੀਦਾ। ਹੁਣ ਮੰਗਾਂ ਖਤਮ ਹੋ ਗਈਆਂ। ਉਹ ਪਹਿਲੇ ਦਿਨ ਦੀ ਮੰਗ ਸੀ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਠੀਕ ਹੈ, ਪਰ ਫਿਰ ਵੀ ਅਸੀਂ ਤੈਨੂੰ ਕੁਝ ਦੇ ਕੇ ਜਾਵਾਂਗੇ। ਤੂੰ ਮੰਗਿਆ ਸੀ, ਅਸੀਂ ਦੇ ਕੇ ਜਾਵਾਂਗੇ। ਕਹਿੰਦਾ ਪਾਤਸ਼ਾਹ ਜੋ ਦੇਣਾ ਹੈ ਤੁਸੀਂ ਰਹਿਮਤ ਕਰੋ, ਦੇ ਦਿਓ। ਪਤਾ ਗੁਰੂ ਨਾਨਕ ਸਾਹਿਬ ਨੇ ਕੀ ਆਖਿਆ ਸੀ? ਠੀਕ ਹੈ ਹਰਦਿਆਲ, ਤੇਰੇ ਚਿੱਤ ਵਿੱਚੋਂ ਵਾਹਿਗੁਰੂ ਨਹੀਂ ਵਿਸਰੇਗਾ। ਕਮਾਲ ਕਰ ਦਿੱਤੀ ਨਾ। ਜਿੰਨਾ ਚਿਰ ਤੇਰੀ ਉਮਰ ਬਾਕੀ ਹੈ, ਜਿੰਨਾ ਚਿਰ ਤੂੰ ਜਿਉਣਾ ਹੈ, ਤੇਰੇ ਚਿੱਤ 'ਚੋਂ ਵਾਹਿਗੁਰੂ ਵਿਸਰੇਗਾ ਹੀ ਨਹੀਂ। ਅਤੇ ਹਰਦਿਆਲ ਜਿਸ ਦਿਨ ਤੇਰੀ ਮੌਤ ਹੋਏਗੀ ਨਾ, ਉਸ ਦਿਨ ਤੂੰ ਨਾਨਕ ਦੇ ਅੰਦਰ ਮਿਲ ਜਾਏਗਾ। ਤੇਰੇ ਤੇ ਨਾਨਕ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ। ਫਿਰ ਪੰਡਿਤ ਹਰਦਿਆਲ ਤੋਂ ਬਾਅਦ ਸੱਦਿਆ ਸੀ ਮੇਰੇ ਪਾਤਸ਼ਾਹ ਨੇ ਵੈਦ ਨੂੰ। ਵੈਦ ਨੂੰ ਵੀ ਇਹੀ ਬੋਲ ਕਹੇ ਸਨ, ਪਾਂਧੇ ਨੂੰ ਸੱਦਿਆ ਸੀ, ਇਹੀ ਬੋਲ ਕਹੇ ਸਨ। ਪਰ ਰਾਏ ਬੁਲਾਰ ਨੂੰ ਨਹੀਂ ਸੱਦਿਆ ਸੀ, ਕਿਉਂਕਿ ਰਾਏ ਬੁਲਾਰ ਨਾਲ ਕੁਝ ਹੋਰ ਪਿਆਰ ਸੀ। ਇਹਨਾਂ ਤਿੰਨਾਂ ਨੂੰ ਸੱਦਿਆ ਕਿਉਂ? ਕਿਉਂਕਿ ਮੇਰੇ ਪਾਤਸ਼ਾਹ ਉਦਾਸੀਆਂ 'ਤੇ ਚੱਲੇ ਸਨ। ਇਹਨਾਂ ਨੇ ਚੜ੍ਹਾਈ ਕਰ ਜਾਣਾ ਸੀ ਪਿੱਛੋਂ, ਰਹਿਮਤਾਂ ਜਾਣ ਲੱਗੇ ਹੀ ਦੇ ਗਏ। ਇਹ ਮੈਂ ਤਾਂ ਤੁਹਾਨੂੰ ਪ੍ਰਸੰਗ ਸੁਣਾਇਆ ਕਿ ਸੱਚੇ ਪਾਤਸ਼ਾਹ ਦੀਆਂ ਇੰਨੀਆਂ ਰਹਿਮਤਾਂ, ਅਤੇ ਪੰਡਿਤ ਹਰਦਿਆਲ ਕੋਈ ਆਮ ਪੰਡਿਤ ਨਹੀਂ ਸੀ। ਅਸੀਂ ਅੱਜ ਦੇ ਪੰਡਤਾਂ ਵੱਲ ਵੇਖ ਕੇ ਕਹਿ ਦਿੰਦੇ ਹਾਂ ਸਾਰੇ ਹੀ ਮਾੜੇ, ਪਰ ਪੰਡਿਤ ਹਰਦਿਆਲ ਦਾ ਜੀਵਨ ਕਦੇ ਅਸੀਂ ਪੜ੍ਹਦੇ ਹੀ ਨਹੀਂ, ਜਿਹੜਾ ਅਸਲ ਪੰਡਿਤ ਸੀ। ਮੈਂ ਪਹਿਲੇ ਦਿਨ ਹੀ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਸੋ ਪੰਡਿਤ ਜੋ ਮਨ ਪਰ ਬੁੱਧ ਹੈ। ਕਿੰਨੀ ਉੱਚੀ ਅਵਸਥਾ, ਸੋ ਪੰਡਿਤ ਜੋ ਮਨ ਪਰ ਬੁੱਧ ਹੈ। ਇਹ ਮਾੜੀ ਮੋਟੀ ਅਵਸਥਾ ਨਹੀਂ ਜਿਹਨੂੰ ਗੁਰੂ ਸਾਹਿਬ ਨੇ ਪੰਡਿਤ ਕਿਹਾ, ਉਹ ਪੰਡਿਤ ਹਰਦਿਆਲ ਸੀ। ਸੋ ਸਤਿਗੁਰੂ ਰਹਿਮਤ ਕਰਨ, ਸਮਾਂ ਸਮਾਪਤ ਹੈ। ਬਾਕੀ ਦੀ ਜੋ ਵਿਚਾਰ ਹੈ ਉਹ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਕਿਵੇਂ ਘਰ ਦੇ ਅੰਦਰ ਉਤਸ਼ਾਹ ਹੈ, ਕਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਤਾ ਕਲਿਆਣ ਦਾਸ ਜੀ ਘਰ ਆਏ ਨੂੰ ਕਿਸੇ ਨੂੰ ਵੀ ਖਾਲੀ ਨਹੀਂ ਮੋੜਦੇ। ਹੁਣ ਨੱਚਣ ਵਾਲੇ ਆਉਣਗੇ, ਗਾਉਣ ਵਾਲੇ ਆਉਣਗੇ, ਰਿਸ਼ਤੇਦਾਰ ਆਉਣਗੇ, ਪਰਿਵਾਰ ਆਏਗਾ, ਕੁੱਲ ਕਬੀਲਾ ਸ਼ਰੀਕਾ ਆਏਗਾ, ਅਤੇ ਕੀ ਕੁਝ ਅੱਗੇ ਵਾਪਰਦਾ ਹੈ ਇਹ ਵਿਚਾਰਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਸਤਿਗੁਰੂ ਰਹਿਮਤ ਕਰਨ,
ਅੱਜ ਦੇ ਇਸ ਪ੍ਰਸੰਗ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਤੇ ਆਪ ਸਰਬੱਤ ਸੰਗਤ ਆਪ ਜੀ ਬਖਸ਼ਣਹਾਰ ਹੋ ਜੀ। ਬੇਅੰਤ ਭੁੱਲਾਂ ਦੀ ਖਿਮਾ ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।